ਹੈਲੋ ਦੋਸਤੋ, ਵੈਲਕਮ ਆ ਤੁਹਾਡੇ ਆਪਣੇ ਚੈਨਲ ਪ੍ਰੀਤ ਐਜੂਕੇਸ਼ਨ 'ਤੇ। ਉਮੀਦ ਕਰਦੇ ਹਾਂ ਤੁਸੀਂ ਬਹੁਤ ਵਧੀਆ ਹੋਵੋਗੇ। ਅਤੇ ਆਪਾਂ ਲਗਾਤਾਰ ਤੁਹਾਡੇ ਲਈ ਪੋਲਿਟੀ ਔਰ ਪੰਜਾਬ ਜੀਕੇ ਦੀ ਜੋ ਸੀਰੀਜ਼ ਆ ਉਹ ਚਲਾ ਰਹੇ ਹਾਂ। ਤਾਂ ਇਹਦੇ 'ਚ ਆਪਾਂ ਇੱਕ ਦਿਨ ਇੰਡੀਅਨ ਪੋਲਿਟੀ ਦੀ ਪਾਉਂਦੇ ਹਾਂ ਅਤੇ ਦੂਸਰੇ ਦਿਨ ਹੀ ਆਪਾਂ ਤੁਹਾਡੇ ਨਾਲ ਪੰਜਾਬ ਜੀਕੇ ਦੀ ਜਿਹੜੀ ਵੀਡੀਓ ਆ ਉਹ ਸਾਂਝੀ ਕਰਦੇ ਹਾਂ। ਤਾਂ ਜਿਵੇਂ ਕਿ ਇੰਡੀਅਨ ਪੋਲਿਟੀ ਦੇ ਵਿੱਚ ਆਪਾਂ ਜੋ ਸ਼ੁਰੂ ਕੀਤਾ ਸੀ ਉਹਦਾ ਮਤਲਬ ਕਿ 7 ਤੋਂ 8 ਕੁਐਸਚਨ ਜਿਹੜੇ ਆਪਾਂ ਡਿਸਕਸ ਕਰ ਲਏ, ਔਰ ਉਹਨਾਂ ਦੇ ਵਿੱਚੋਂ ਇੰਪੋਰਟੈਂਟ ਜਿੰਨੇ ਵੀ ਕੁਐਸਚਨ ਬਣਦੇ ਨੇ ਉਹ ਆਪਾਂ ਇੱਥੇ ਤੁਹਾਡੇ ਨਾਲ ਸਾਂਝਾ ਕਰਨ ਦੀ ਕੋਸ਼ਿਸ਼ ਹੈ ਜੋ ਕਰ ਰਹੇ ਹਾਂ। ਠੀਕ ਆ, ਤਾਂ ਜੋ ਤੁਹਾਡਾ ਉਹ ਟੌਪਿਕ ਦੇ ਵਿੱਚੋਂ ਕੋਈ ਵੀ ਬਣਦਾ ਕੁਐਸਚਨ ਆ ਉਹ ਸਕਿਪ ਨਾ ਹੋਵੇ। ਅਤੇ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਔਰ ਬੈਲ ਨੋਟੀਫਿਕੇਸ਼ਨ ਔਨ ਕਰ ਲੈਣ, ਤਾਂ ਜੋ ਅਸੀਂ ਜਦ ਵੀ ਕੋਈ ਨਵੀਂ ਵੀਡੀਓ ਅਪਡੇਟ ਕਰੀਏ ਦੈਨ ਤੁਹਾਡੇ ਕੋਲ ਨੋਟੀਫਿਕੇਸ਼ਨ ਆ ਜਿਹੜਾ ਉਹ ਤੁਰੰਤ ਆ ਸਕੇ। ਠੀਕ ਆ, ਤਾਂ ਹੁਣ ਜਿਨ੍ਹਾਂ ਨੇ ਪਹਿਲਾਂ ਵਾਲੀ ਇਹਦੀ ਵੀਡੀਓ ਨਹੀਂ ਦੇਖੀ ਇੰਡੀਅਨ ਪੋਲਿਟੀ ਦੀ, ਠੀਕ ਆ, ਜਿਵੇਂ ਕਿ ਆਹ ਕੁਐਸਚਨ ਨੇ, ਅਤੇ ਇਹ ਤਾਂ ਆਪਾਂ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਕਵਰ ਕਰ ਚੁੱਕੇ ਹਾਂ। ਤਾਂ ਜਿਨ੍ਹਾਂ ਨੇ ਨਹੀਂ ਵੀਡੀਓ ਦੇਖੀ ਤਾਂ ਉਹ ਜ਼ਰੂਰ ਦੇਖਣ। ਅਤੇ ਆਪਾਂ 8 ਕੁਐਸਚਨ ਜਿਹੜੇ ਸੋਸ਼ਲਿਸਟ ਤੱਕ ਆਪਾਂ ਕਵਰ ਕਰ ਲਏ। ਤਾਂ ਹੁਣ ਆਪਾਂ ਦੇਖੋ ਵਿੱਚ 9ਵੇਂ ਕੁਐਸਚਨ ਤੋਂ ਸਟਾਰਟ ਕਰ ਰਹੇ ਹਾਂ। ਤਾਂ ਇਹਦੇ ਵਿੱਚੋਂ ਕਿਹੜਾ ਪ੍ਰੋਮੀਨੈਂਟ ਐਲੀਮੈਂਟ ਆ ਸਟੇਟ ਦੇ ਲਈ ਜਿਹੜਾ ਜ਼ਰੂਰੀ ਹੁੰਦਾ। ਤਾਂ ਹੁਣ ਸਟੇਟ ਬਣਾਉਣ ਦੇ ਲਈ ਸਾਡੇ ਕੋਲ 4 ਹੀ ਚੀਜ਼ਾਂ ਜ਼ਰੂਰੀ ਹੁੰਦੀਆਂ ਨੇ। ਠੀਕ ਆ, ਤਾਂ ਇਹਦਾ ਆਨਸਰ ਵੈਸੇ ਕੀ ਆ? ਸੋਵਰੇਨਟੀ ਕੀ ਹੁੰਦੀ ਆ ਵੀ ਮਤਲਬ ਕਿ ਜਦੋਂ ਆਪਾਂ ਆਪਦੇ ਦੇਸ਼ ਦਾ ਕੋਈ ਫੈਸਲਾ ਕਰਨਾ ਤਾਂ ਅਸੀਂ ਆਪਦੇ ਆਪ 'ਚ ਸੁਤੰਤਰ ਹੋ ਕੇ ਕਰੀਏ, ਸਾਨੂੰ ਕਿਸੇ ਬਾਹਰਲੀ ਕੰਟਰੀ ਤੱਕ ਆ ਜਿਹੜਾ ਉਹਦੀ ਇੰਟਰਫੇਰੈਂਸ ਨਾ ਹੋਵੇ। ਮਤਲਬ ਠੀਕ ਹੈ, ਇੰਟਰਨੈਸ਼ਨਲ ਤੌਰ 'ਤੇ ਆਪਾਂ ਮਤਲਬ ਕਿ ਜਿਵੇਂ ਇੰਡੀਆ ਆਪਦੇ ਫੈਸਲੇ ਲੈਣ ਲਈ ਸੁਤੰਤਰ ਆ, ਤਾਂ ਆਪਾਂ ਇੱਕ ਸੋਵਰੀਅਨ ਕੰਟਰੀ ਆ। ਜਿਵੇਂ ਕਿ ਸਟੇਟ ਦਾ ਮਤਲਬ ਇੱਥੇ ਇਹ ਨਹੀਂ ਹੈਗਾ ਵੀ ਇਕੱਲਾ ਰਾਜ ਆ, ਇੱਥੇ ਮਤਲਬ ਕਿ ਇਹਦਾ ਮਤਲਬ ਦੇਸ਼ ਤੋਂ ਲਿਆ ਜਾ ਰਿਹਾ। ਠੀਕ ਆ, ਕੰਟਰੀ ਐਜ਼ ਅ ਕੰਟਰੀ। ਤਾਂ ਹੁਣ ਇਹਦੇ ਲਈ ਸਾਡੇ ਕੋਲ ਕੀ ਹੋਣੀ ਚਾਹੀਦੀ ਆ? ਪਹਿਲਾਂ ਤਾਂ ਸਾਡੇ ਕੋਲ ਆਪਦਾ ਏਰੀਆ ਯਾਨੀ ਕਿ ਟੈਰੀਟਰੀ ਹੋਣੀ ਚਾਹੀਦੀ ਆ ਇੱਕ, ਅਤੇ ਫਿਰ ਇਹਦੇ ਬਾਅਦ 'ਚ ਸਾਡੇ ਕੋਲ ਪਾਪੂਲੇਸ਼ਨ ਹੋਣੀ ਚਾਹੀਦੀ ਆ, ਏਰੀਆ ਵੀ ਹੋਣਾ ਚਾਹੀਦਾ। ਫਿਰ ਸਾਡੇ ਕੋਲ ਕੀ ਹੋਣੀ ਚਾਹੀਦੀ ਆ? ਪਾਪੂਲੇਸ਼ਨ ਹੋਣੀ ਚਾਹੀਦੀ ਆ, ਔਰ ਪਾਪੂਲੇਸ਼ਨ ਹੋਣ ਦੇ ਨਾਲ ਸਾਡੇ ਕੋਲ ਕੀ ਹੋਣੀ ਚਾਹੀਦੀ ਆ? ਔਰ ਸੋਵਰੇਨਟੀ ਹੋਣੀ ਚਾਹੀਦੀ ਆ, ਔਰ ਇਸ ਤੋਂ ਬਾਅਦ ਸਾਡੇ ਕੋਲ ਗਵਰਨਮੈਂਟ ਹੋਣੀ ਚਾਹੀਦੀ ਆ। ਤਾਂ ਕਰਕੇ ਦੇਖੋ ਇਹ ਕੁਐਸਚਨ ਵੀ ਬਹੁਤ ਵਾਰ ਆਉਂਦਾ ਵੀ ਮਤਲਬ ਕਿ ਗਵਰਨਮੈਂਟ ਕਿਉਂ ਜ਼ਰੂਰੀ ਆ, ਜਾਂ ਮਤਲਬ ਇਹਨਾਂ ਦੇ ਵਿੱਚ 3 ਅੰਗ ਦੇ ਦਿੱਤੇ ਜਾਂਦੇ ਨੇ ਵੀ ਚੌਥਾ ਐਲੀਮੈਂਟ ਕਿਹੜਾ ਹੈਗਾ, ਤਾਂ ਉਹ ਦੱਸਣਾ ਹੁੰਦਾ, ਤਾਂ ਉਹ ਗਵਰਨਮੈਂਟ ਹੁੰਦਾ। ਤਾਂ ਕਲੀਅਰ ਆ, ਅਗਰ ਕੋਈ ਵੀ ਸਟੇਟ ਬਣਾਉਣੀ ਆ ਨਵੀਂ ਤਾਂ ਉਹਦੇ ਲਈ ਸਾਨੂੰ ਏਰੀਆ ਚਾਹੀਦਾ ਦੇਸ਼ ਬਣਾਉਣਾ, ਅਤੇ ਪਾਪੂਲੇਸ਼ਨ ਚਾਹੀਦੀ ਹੈ, ਉੱਥੋਂ ਦੀ ਸੋਵਰੇਨਟੀ ਚਾਹੀਦੀ ਹੈ, ਔਰ ਉੱਥੇ ਇੱਕ ਗਵਰਨਮੈਂਟ ਚਾਹੀਦੀ ਆ ਉਹਨੂੰ ਮੈਨੇਜ ਕਰਨ ਦੇ ਲਈ। ਕਲੀਅਰ ਆ, ਤਾਂ 9ਵਾਂ ਕੁਐਸਚਨ ਸੀ ਆਪਣਾ। ਤੁਸੀਂ ਬਾਕੀ ਆਪਣਾ ਨੋਟ ਕਰੀ ਜਾਣਾ ਨਾਲ ਦੀ ਨਾਲ। ਠੀਕ ਆ, ਅਤੇ ਜਿਨ੍ਹਾਂ ਨੂੰ PDF ਚਾਹੀਦਾ ਹੋਇਆ ਉਹ ਸਾਡੇ ਟੈਲੀਗ੍ਰਾਮ ਚੈਨਲ ਨੂੰ ਜੁਆਇਨ ਕਰ ਲੈਣ, ਉਹਦਾ ਵੀ ਅਸੀਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦੇ ਦਾਂਗੇ। ਬਾਕੀ ਜਿਹੜੀ ਇਹਦੀ ਪਹਿਲਾਂ ਵਾਲੀ ਵੀਡੀਓ ਜਿਨ੍ਹਾਂ ਨੇ ਨਹੀਂ ਦੇਖੀ ਤਾਂ ਉਹਨਾਂ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਵੀ ਤੁਸੀਂ ਇਹਦਾ ਮਤਲਬ ਕਿ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦੇਵਾਂਗੇ ਤੁਹਾਨੂੰ, ਤਾਂ ਜਿਹਨੇ ਦਾ ਪਾਰਟ 1 ਨਹੀਂ ਦੇਖਿਆ ਤਾਂ ਪਹਿਲਾਂ ਉਹ ਪਾਰਟ 1 ਜ਼ਰੂਰ ਦੇਖਣ। ਠੀਕ ਆ, ਇੰਡੀਆ ਦਾ ਨੈਸ਼ਨਲ ਐਨੀਮਲ ਕਿਹੜਾ ਹੈਗਾ? ਤਾਂ ਹੁਣ ਆਪਾਂ ਪਹਿਲਾਂ ਵਾਲੇ ਕੁਐਸਚਨ ਦੇ ਵਿੱਚ ਗੱਲ ਕਰੀ ਸੀ, ਮੈਂ ਫਲੈਗ ਦੇ ਬਾਰੇ ਗੱਲ ਕੀਤੀ ਸੀ, ਤਾਂ ਐਵੇਂ ਹੁਣ ਆਪਾਂ ਇਹਦੇ 'ਚ ਆਪਾਂ ਗੱਲ ਕਾਹਦੀ ਕਰਨੀ ਆ? ਨੈਸ਼ਨਲ ਐਨੀਮਲ ਦੀ। ਤਾਂ ਇਹ ਆਪਣਾ ਕਿਹੜਾ ਹੈਗਾ? ਟਾਈਗਰ। ਕਲੀਅਰ। ਤਾਂ ਹੁਣ ਆਪਾਂ ਪਹਿਲਾਂ ਇਹਦੇ ਬਾਰੇ ਨੈਸ਼ਨਲ ਐਨੀਮਲ ਬਾਰੇ ਗੱਲ ਕਰ ਲਈਏ। ਟਾਈਗਰ ਵੀ ਕਿਹੜਾ ਹੈਗਾ? ਤਾਂ ਇਹ ਆਪਣਾ ਹੈਗਾ ਰਾਇਲ ਬੰਗਾਲ ਟਾਈਗਰ। ਤਾਂ ਕਿਹੜਾ ਕਿਹੜਾ ਟਾਈਗਰ ਆ? ਰਾਇਲ ਬੰਗਾਲ ਟਾਈਗਰ। ਕਲੀਅਰ। ਇਹ ਕਦੋਂ ਬਣਦਾ? 1 ਅਪ੍ਰੈਲ 1973। ਇਹ ਤੋਂ ਪਹਿਲਾਂ ਸਾਡਾ ਕੀ ਸੀਗਾ? ਇਹ ਤੋਂ ਪਹਿਲਾਂ ਸੀਗਾ ਆਪਣੇ ਕੋਲ ਲਾਇਨ। ਕਲੀਅਰ ਆ, ਅਤੇ ਇਹਦਾ ਜੇ ਆਪਣੇ ਕੋਲ ਸਾਇੰਟੀਫਿਕ ਨੇਮ ਤੁਸੀਂ ਸਾਰਿਆਂ ਦੇ ਯਾਦ ਕਰਕੇ ਜਾਣੇ ਐਗਜ਼ਾਮ ਦੇ ਵਿੱਚ। ਠੀਕ ਆ, ਬਹੁਤ ਸਾਰੇ ਐਗਜ਼ਾਮ ਨੇ ਜਿਨ੍ਹਾਂ ਦੇ ਵਿੱਚ ਸਿੱਧਾ ਇਹਨਾਂ ਦੇ ਮਤਲਬ ਕਿ ਦੂਸਰੇ ਨੇਮ ਹੀ ਪੁੱਛੇ ਜਾਂਦੇ ਆ। ਪੈਂਥੇਰਾ ਟਾਈਗਰਸ। ਠੀਕ ਆ, ਤਾਂ ਮਤਲਬ ਇਹਦਾ ਨਾਮ ਆ। ਕਲੀਅਰ। ਅਤੇ ਅੱਗੇ ਦੇਖੋ ਇਹ ਤੋਂ ਪਹਿਲਾਂ ਆਪਣਾ ਕੀ ਹੁੰਦਾ ਸੀ? ਲਾਇਨ ਹੁੰਦਾ ਸੀ। 1972 ਤੱਕ ਲਾਇਨ ਰਿਹਾ। ਫਿਰ ਇਹ ਤੋਂ ਬਾਅਦ 73 ਤੋਂ ਬਾਅਦ ਆਪਣਾ ਕੀ ਹੋ ਗਿਆ? ਆਪਣਾ ਰਾਇਲ ਬੰਗਾਲ ਟਾਈਗਰ ਨੂੰ ਆਪਾਂ ਕਰਤਾ। ਠੀਕ ਆ, ਜੇ ਹੋਰ ਵੀ ਕਈ ਕੰਟਰੀਆਂ ਨੇ ਜਿਨ੍ਹਾਂ ਦਾ ਮਤਲਬ ਇਹੀ ਹੈ, ਜਿਵੇਂ ਕਿ ਬੰਗਲਾਦੇਸ਼ ਹੋ ਗਿਆ। ਠੀਕ ਆ, ਕਿਹੜੇ ਹੋਰ ਦੇਸ਼ ਨੇ ਵੀ ਜਿਨ੍ਹਾਂ ਦਾ ਹੋਰ ਇਹੀ ਟਾਈਗਰ ਆ? ਤਾਂ ਬੰਗਲਾਦੇਸ਼ ਹੋ ਗਿਆ, ਅਤੇ ਬੰਗਲਾਦੇਸ਼ ਦੇ ਨਾਲ ਹੀ ਆਪਣਾ ਕਿਹੜਾ ਹੋ ਗਿਆ? ਸਾਊਥ ਕੋਰੀਆ ਹੋ ਗਿਆ। ਠੀਕ ਆ, ਸਾਊਥ ਕੋਰੀਆ ਜਾਣੀ ਕਿ ਦੱਖਣੀ ਕੋਰੀਆ ਹੋ ਗਿਆ, ਵੀਅਤਨਾਮ ਹੋ ਗਿਆ, ਔਰ ਮਾਲੇ ਹੋ ਗਿਆ। ਅਤੇ ਮਤਲਬ ਇਹ ਕੰਟਰੀਜ਼ ਨੇ ਜਿਨ੍ਹਾਂ ਦਾ ਵਿੱਚ ਵੀ ਮਤਲਬ ਕਿ ਜਿਹੜਾ ਟਾਈਗਰ ਆ ਉਹਨਾਂ ਦਾ ਉਹ ਨੈਸ਼ਨਲ ਐਨੀਮਲ ਆ। ਓਕੇ, ਤਾਂ ਜੇ ਆਪਾਂ ਦੇਖੀਏ ਵੀ ਇੰਡੀਆ ਦੀ ਟਾਈਗਰ ਕੈਪੀਟਲ ਕਿਹਨੂੰ ਕਹਿੰਦੇ ਹਾਂ ਅਸੀਂ? ਟਾਈਗਰ ਕੈਪੀਟਲ ਅਸੀਂ ਕਿਹਨੂੰ ਕਹਿੰਦੇ ਹਾਂ? ਇਹ ਕਿਹਾ ਜਾਂਦਾ ਆਪਣੇ ਨਾਗਪੁਰ ਨੂੰ। ਡਨ। ਤਾਂ ਆਪਾਂ ਗੱਲ ਕਰੀਏ ਵੀ ਆਪਣਾ ਪਹਿਲਾ ਪਾਰਕ ਕਿਹੜਾ ਸੀਗਾ? ਤਾਂ ਉਹ ਟਾਈਗਰ ਕੰਜ਼ਰਵ ਕਰਨ ਦੇ ਲਈ ਬਣਿਆ ਸੀ, ਜਿਮ ਕਾਰਬੇਟ ਨੈਸ਼ਨਲ ਪਾਰਕ। ਕਿੱਥੇ ਆਏ? ਤਾਂ ਇਹਦੇ ਨਾਲ ਤੁਸੀਂ ਇੱਕ ਇੰਪੋਰਟੈਂਟ ਪੁਆਇੰਟ ਆ, ਜਿਮ ਕਾਰਬੇਟ ਨੈਸ਼ਨਲ ਪਾਰਕ। ਇਹ ਕਿਹੜੀ ਸਟੇਟ ਦੇ ਵਿੱਚ ਆ? UK ਯਾਨੀ ਕਿ ਉੱਤਰਾਖੰਡ ਦੇ ਵਿੱਚ। ਕਲੀਅਰ ਆ, ਇਹ ਟਾਈਗਰ ਕੰਜ਼ਰਵ ਕਰਨ ਦੇ ਲਈ। ਇਹ ਤੋਂ ਬਾਅਦ ਦੇਖੋ ਆਪਣੀ ਟਾਈਗਰ ਕੈਪੀਟਲ ਕਿਹੜੀ ਹੋ ਗਈ? ਨਾਗਪੁਰ ਹੋ ਗਈ।
ਜੇ ਆਪਾਂ ਗੱਲ ਕਰੀਏ ਵੀ ਇੰਡੀਆ ਦੇ ਵਿੱਚ ਨੈਸ਼ਨਲ ਫਲਾਰ ਕਿਹੜਾ ਹੈਗਾ ਸਾਡਾ, ਨੈਸ਼ਨਲ ਫਲਾਰ ਕਿਹੜਾ ਸਾਡਾ, ਇਹ ਹੈਗਾ ਲੋਟਸ। ਠੀਕ ਆ, ਇਹਦਾ ਸਾਇੰਟਿਫਿਕ ਨੇਮ ਆ। ਠੀਕ ਆ, ਨਿਲੰਬੋ ਨੂਸੀਫੇਰਾ, ਤਾਂ ਆ ਇਹਦਾ ਸਾਇੰਟਿਫਿਕ ਨੇਮ ਆ ਲੋਟਸ ਦਾ, ਆਪਣਾ ਨੈਸ਼ਨਲ ਫਲਾਰ ਦਾ। ਜੇ ਆਪਾਂ ਨੈਸ਼ਨਲ ਕੈਲੰਡਰ ਦੀ ਗੱਲ ਕਰੀਏ, ਠੀਕ ਆ, ਤਾਂ ਨੈਸ਼ਨਲ ਸਾਡਾ ਕੈਲੰਡਰ ਕਿਹੜਾ ਹੈਗਾ, ਤਾਂ ਨੈਸ਼ਨਲ ਕੈਲੰਡਰ ਹੈਗਾ ਸਾਡਾ ਸੱਕ ਕੈਲੰਡਰ। ਓਕੇ, ਤਾਂ ਨੈਸ਼ਨਲ ਕੈਲੰਡਰ ਕਿਹੜਾ ਸਾਡਾ ਸੱਕ ਕੈਲੰਡਰ ਆ। ਔਰ ਨੈਸ਼ਨਲ ਫਲਾਰ ਕਿਹੜਾ ਹੈਗਾ ਲੋਟਸ ਦਾ ਹੈਗਾ। ਔਰ ਸਾਡਾ ਨੈਸ਼ਨਲ ਐਨੀਮਲ ਕਿਹੜਾ ਹੈਗਾ ਰਾਇਲ ਬੰਗਾਲ ਟਾਈਗਰ ਆ। ਓਕੇ, ਜੇ ਨੈਸ਼ਨਲ ਵਰਡ ਦੀ ਗੱਲ ਕਰੀਏ, ਨੈਸ਼ਨਲ ਵਰਡ ਕਿਹੜਾ ਹੈਗਾ ਸਾਡਾ ਪੀ ਕੌਕ। ਇਹ ਵੀ ਕਦੋਂ ਬਣਿਆ ਸੀ, ਇਹ ਬਣਿਆ ਸੀ ਫੈਬਰੀ 1 1963। ਠੀਕ ਆ, ਤਾਂ ਹੇਠਾਂ ਇੱਥੇ ਨੀਚੇ ਦੇਖੋ ਤੁਸੀਂ ਗੱਲ ਕਰ ਰਹੇ ਆਪਾਂ ਇਹਦੇ ਬਾਰੇ, ਤਾਂ ਪੀਕੌਕ 1963 ਦੇ ਵਿੱਚ ਬਣਿਆ ਸੀ। ਔਰ ਇਹਦਾ ਨਾਮ ਹੈਗਾ ਪਾਬੋ ਕ੍ਰਿਸਟੇਟਸ, ਮਤਲਬ ਕਿ ਉਹਦਾ ਜਿਹੜਾ ਆਪਣਾ ਸਾਇੰਟਿਫਿਕ ਨੇਮ ਆ। ਤਾਂ ਜੇ ਆਪਾਂ ਵੈਸੇ ਇਹਨਾਂ ਦੀ ਗੱਲ ਕਰੀਏ ਤਾਂ ਇੰਡੀਅਨ ਏਅਰ ਬੁੱਕ ਆਉਂਦੀ ਆ, ਉਹਦੇ ਚੈਪਟਰ 2 ਦੇ ਵਿੱਚ ਇਹਨਾਂ ਸਾਰਿਆਂ ਦਾ ਜ਼ਿਕਰ ਆ। ਅਤੇ ਜੇ ਹੁਣ ਆਪਾਂ ਇਹਦੀ ਗੱਲ ਕੀਤੀ ਆ ਪੀਕੌਕ ਦੀ, ਤਾਂ ਇਹ ਤੋਂ ਬਾਅਦ ਮਤਲਬ ਇਹ ਤਾਂ ਮੇਲ ਹੁੰਦਾ, ਜੇ ਫੀਮੇਲ ਆ ਤਾਂ ਉਹਨੂੰ ਅਸੀਂ ਪੀ ਹੈਂਸ ਕਹਿੰਦੇ ਆ। ਠੀਕ ਆ, ਪੀ ਹੈਂਸ ਹੁੰਦੀਆਂ ਨੇ ਜਿਹੜੀਆਂ ਮਤਲਬ ਫੀਮੇਲ ਹੁੰਦੀਆਂ ਨੇ, ਉਹ ਇਹਦੇ ਨਾਲੋਂ ਸਾਈਜ਼ 'ਚ ਛੋਟੀਆਂ ਹੁੰਦੀਆਂ ਨੇ, ਔਰ ਉਹਨਾਂ ਦਾ ਕਲਰ ਗ੍ਰੇ ਜਾਂ ਬਰਾਊਨ ਟਾਈਪ 'ਚ ਥੋੜ੍ਹਾ ਜਿਹਾ ਹੁੰਦਾ, ਮਤਲਬ ਕਿ ਇਹਨਾਂ ਦੇ ਮੁਕਾਬਲੇ। ਕਲੀਅਰ ਆ। ਅਤੇ ਬਾਕੀ ਆਪਣੇ ਨੈਸ਼ਨਲ ਸੌਂਗ ਦੀ ਗੱਲ ਕਰ ਲੈਂਦੇ ਹਾਂ ਇੱਕ। ਠੀਕ ਆ, ਤਾਂ ਇੱਧਰ ਨਿਊ ਸਲਾਈਡ ਇੱਥੇ ਦੇਖ ਲਓ। ਤਾਂ ਠੀਕ ਆ, ਤਾਂ ਆਪਾਂ ਦੇਖੋ ਇੱਥੇ ਆਪਾਂ ਗੱਲ ਕਰ ਲੈਂਦੇ ਹਾਂ ਨੈਸ਼ਨਲ ਸੌਂਗ ਦੀ। ਨੈਸ਼ਨਲ ਐਂਥਮ ਤਾਂ ਆਪਣਾ ਹੈਗਾ ਬੰਦੇ ਆਪਣਾ ਜਨ ਗਣ ਮਨ, ਅਤੇ ਇਹਦੀ ਆਪਾਂ ਨੈਸ਼ਨਲ ਸੌਂਗ ਦੀ ਗੱਲ ਕਰੀਏ, ਇਹ ਸਾਡਾ ਸੌਂਗ ਕਿਹੜਾ ਹੈਗਾ ਬੰਦੇ ਮਾਤਰਮ। ਕਲੀਅਰ ਆ, ਬੰਦੇ ਮਾਤਰਮ ਆ। ਅਤੇ ਇਹ ਇੱਕ ਕੀ ਹੈ ਬੰਗਾਲੀ ਪੋਇਮ ਸੀਗੀ। ਠੀਕ ਆ, ਇਹ ਕੀ ਸੀ ਇੱਕ ਬੰਗਾਲੀ ਪੋਇਮ ਸੀ, ਕਿਹਨੇ ਲਿਖੀ ਸੀ ਬੰਕਮ ਚੰਦਰ ਚੈਟਰਜੀ ਨੇ। ਕਲੀਅਰ ਆ, ਤਾਂ ਇਹਨੂੰ 1882 ਦੇ ਵਿੱਚ ਸ਼ਾਮਲ ਕੀਤਾ ਗਿਆ। 1882 ਦੇ ਵਿੱਚ ਇਹਨੂੰ ਮਤਲਬ ਕਿ ਐਡ ਜਾਂ ਇਨਕਲੂਡ ਕੀਤਾ ਗਿਆ ਕਾਹਦੇ 'ਚ, ਆਨੰਦ ਮੱਠ। ਆਨੰਦ ਮੱਠ ਦੇ ਵਿੱਚ ਇਨਕਲੂਡ ਕੀਤਾ ਗਿਆ। ਇਹ ਇੱਕ ਕੀ ਸੀਗਾ ਨੋਵਲ ਸੀਗਾ, ਆਨੰਦ ਮੱਠ ਕੀ ਸੀਗਾ ਇੱਕ ਨੋਵਲ ਸੀਗਾ। ਮਤਲਬ ਕਿ ਇਹ ਸੰਨਿਆਸੀ ਰਿਵੀਲੀਅਨ ਦਾ ਸੀ, ਰਿਵੋਲਟ ਹੋਇਆ ਸੀ ਨਾ ਸੰਨਿਆਸੀਆਂ ਦਾ, ਤਾਂ ਉਹਦੇ ਕਰਕੇ ਇੱਕ ਇਹ ਸੀਗਾ ਆਨੰਦ ਮੱਠ ਨਾਮ ਦਾ। ਔਰ ਇਹਨੂੰ ਜਿਹੜਾ ਗਾਇਆ ਸੀ ਉਹ ਕਿਹਨੇ ਗਾਇਆ ਸੀਗਾ 1896 ਦੇ ਵਿੱਚ ਰਵਿੰਦਰਨਾਥ ਟੈਗੋਰ ਨੇ। ਅਤੇ ਜਿਹੜੇ ਦੇ ਪਹਿਲੇ ਦੋ ਸਟੈਂਜਾ ਸੀ ਤਾਂ 1937 ਦੇ ਵਿੱਚ ਆ ਕੇ ਆਪਣੇ ਕਾਂਗਰਸ ਦੀ ਵਰਕਿੰਗ ਕਮੇਟੀ ਸੀ ਜਿਹੜੀ, ਉਹਨੇ ਵੀ ਅਡੋਪਟ ਕਰ ਲਏ ਸੀ। ਕਲੀਅਰ ਆ, ਤਾਂ ਬੰਦੇ ਮਾਤਰਮ ਕਿਹਨੇ ਇੱਕ ਕੀ ਸੀ ਬੰਗਾਲੀ ਪੋਇਮ ਸੀ, ਕਿਹਨੇ ਲਿਖਿਆ ਬੰਕਮ ਚੰਦਰ ਚੈਟਰਜੀ ਨੇ। ਔਰ 1882 ਦੇ ਵਿੱਚ ਇਹ ਆਨੰਦ ਮੱਠ ਦੇ ਵਿੱਚ ਐਡ ਕਰ ਲਿਆ ਸੀ। ਔਰ ਪਹਿਲੀ ਵਾਰੀ ਇਹ ਕਿਹਨੇ ਗਾਇਆ ਸੀਗਾ 1896 ਦੇ ਵਿੱਚ ਰਵਿੰਦਰਨਾਥ ਟੈਗੋਰ ਨੇ ਗਾਇਆ ਸੀ। ਰਵਿੰਦਰਨਾਥ ਟੈਗੋਰ ਕੌਣ ਨੇ, ਉਹਨਾਂ ਨੇ ਆਪਣਾ ਲਿਖਿਆ ਸੀਗਾ ਜਨ ਗਣ ਮਨ। ਔਰ ਜਿਹੜਾ ਬੰਗਲਾਦੇਸ਼ ਦਾ ਸੌਂਗ ਆ ਨਾ ਅਮਾਰ ਸਨੌਰ ਬਾਂਗਲਾ, ਉਹ ਵੀ ਮਤਲਬ ਕਿ ਰਵਿੰਦਰਨਾਥ ਟੈਗੋਰ ਜੀ ਨੇ ਲਿਖਿਆ ਸੀ। ਕਲੀਅਰ ਆ, ਜਦੋਂ ਮਤਲਬ ਕਿ ਵੰਡ ਹੁੰਦੀ ਆ ਸ਼ਾਇਦ ਉਦੋਂ ਜੇ ਦੀ ਗੱਲ ਆ, ਅਤੇ ਉਦੋਂ ਉਹਨਾਂ ਨੇ ਲਿਖਿਆ ਸੀ। ਮਤਲਬ ਯਾਦ ਰੱਖਣਾ ਵੀ ਬੰਗਲਾਦੇਸ਼ ਦਾ ਅਮਾਰ ਸਨੌਰ ਬਾਂਗਲਾ, ਔਰ ਇਹ ਵੀ ਆਪਣੇ ਰਵਿੰਦਰਨਾਥ ਟੈਗੋਰ ਜੀ ਨੇ ਲਿਖਿਆ। ਔਰ ਇਹਨਾਂ ਨੂੰ ਅੰਗਰੇਜ਼ਾਂ ਨੇ ਟਾਈਟਲ ਦਿੱਤਾ ਸੀ ਨਾਈਟਹੁੱਡ ਦਾ, ਜਿਹੜਾ ਇਹਨਾਂ ਨੇ ਵਾਪਸ ਕਰਤਾ ਸੀ। ਕਲੀਅਰ, ਤਾਂ ਇਹਦੇ 'ਚ ਜੇ ਆਪਾਂ ਗੱਲ ਕਰੀਏ ਤਾਂ ਆਪਣਾ ਇਹੀ ਜਿਹੜਾ ਬੰਦੇ ਮਾਤਰਮ ਸੀਗਾ, ਇਹਦੇ ਜਿਹੜੇ ਪਹਿਲੇ ਦੋ ਸਟੈਂਜਾ ਸੀਗੇ ਜਾਣੀ ਕਿ ਦੋ ਪੈਰੇ ਸੀਗੇ, ਉਹ ਆਪਣੀ ਕਾਂਗਰਸ ਦੀ ਵਰਕਿੰਗ ਕਮੇਟੀ ਨੇ ਵੀ ਕੀ ਕਰ ਲਏ ਸੀ ਅਡੋਪਟ ਕਰ ਲਏ ਸੀ। ਕਲੀਅਰ, ਤਾਂ ਜਿਹੜੀ ਵੀ ਆਪਣੀ ਕੋਈ ਭਾਸ਼ਾ ਗਈ, ਭਾਸ਼ਾ ਆਪਣੀ ਕੋਈ ਹੈ ਨਹੀਂ, ਇੰਡੀਆ ਦੀ ਗੇਮ ਕੋਈ ਹੈ ਨਹੀਂ। ਠੀਕ ਆ, ਤਾਂ ਮਤਲਬ ਕਿ ਆਪਾਂ ਜਿਵੇਂ ਕਹਿ ਦਿੰਦੇ ਹਾਂ ਨੈਸ਼ਨਲ ਗੇਮ ਹਾਕੀ ਆ, ਤਾਂ ਇੰਡੀਆ ਦੀ ਕੋਈ ਵੀ ਗੇਮ ਆ ਜਿਹੜੀ ਉਹ ਹੈ ਨਹੀਂ ਗੀ, ਕੋਈ ਵੀ ਭਾਸ਼ਾ ਨੈਸ਼ਨਲ ਆ ਉਹ ਵੀ ਕੋਈ ਹੈ ਨਹੀਂ ਗੀ। ਠੀਕ ਆ, ਤਾਂ ਬਸ ਵੈਸੇ ਇੱਕ ਆ ਵੀ ਦਫ਼ਤਰਾਂ ਦੇ ਵਿੱਚ ਜਿਵੇਂ ਕਿ ਕੋਰਟ ਆ, ਕੋਰਟ ਦੀ ਭਾਸ਼ਾ ਹੁੰਦੀ ਹੈ, ਤਾਂ ਉਹ ਕੋਰਟ ਦੇ ਵਿੱਚ ਇੰਗਲਿਸ਼ ਭਾਸ਼ਾ ਸਾਰਿਆਂ 'ਚ ਕੰਪਲਸਰੀ ਆ। ਬਾਕੀ ਕਿਸੇ ਵੀ ਸਟੇਟ ਦੀ ਕੋਰਟ ਉਹ ਆਪਣੀ ਭਾਸ਼ਾ ਦੇ ਵਿੱਚ ਕੰਮਕਾਰ ਕਰ ਸਕਦੀ ਆ। ਡਨ, ਅੱਗੇ ਦੇਖੋ ਦ ਗਾਰਡੀਅਨ ਆਫ ਦਾ ਫੰਡਾਮੈਂਟਲ ਰਾਈਟਸ। ਤਾਂ ਫੰਡਾਮੈਂਟਲ ਰਾਈਟ ਕਿਹੜੇ ਨੇ, ਜਿਹੜੇ ਸਾਡੇ ਮੌਲਿਕ ਅਧਿਕਾਰ ਹੁੰਦੇ ਨੇ। ਠੀਕ ਆ, ਤਾਂ ਮਤਲਬ ਕਿ ਜਿਵੇਂ ਇਹਨਾਂ ਦੇ ਆਧਾਰ 'ਤੇ ਕਿਸੇ ਦੇ ਨਾਲ ਭੇਦਭਾਵ ਫਰਕ ਨਹੀਂ ਕੀਤਾ ਜਾ ਸਕਦਾ, ਮਤਲਬ ਬਿਨਾਂ ਕਿਸੇ ਦੇ ਨਾਲ ਫਰਕ ਕੀਤੇ ਜਿਹੜੇ ਹਰੇਕ ਨੂੰ ਰਾਈਟ ਦਿੱਤੇ ਜਾਂਦੇ ਆ ਉਹਨਾਂ ਨੂੰ ਕਿਹਾ ਜਾਂਦਾ ਫੰਡਾਮੈਂਟਲ ਰਾਈਟ, ਯਾਨੀ ਕਿ ਜਿਵੇਂ ਬਿਲਕੁਲ ਬੇਸਿਕ ਰਾਈਟ ਹੁੰਦੇ ਆ। ਅਤੇ ਜਦੋਂ ਆਪਣਾ ਸੰਵਿਧਾਨ ਬਣਿਆ ਸੀ ਉਦੋਂ ਆਪਣੇ 7 ਸੀਗੇ, ਬਟ ਹੁਣ ਕਰੰਟਲੀ ਕਿੰਨੇ ਨੇ ਆਪਣੇ ਕੋਲ 6 ਨੇ। ਤਾਂ ਹੁਣ ਇਹਦੇ 'ਚ ਜਿਹੜੀ ਉਹਨਾਂ ਦੀ ਮਤਲਬ ਕਿ ਰੱਖਿਆ ਕਰਦੀ ਆ ਉਹ ਕੌਣ ਕਰਦੀ ਆ, ਸਾਡੀ ਜੁਡੀਸ਼ਰੀ ਕਰਦੀ ਆ। ਕਲੀਅਰ ਆ, ਤਾਂ ਫੰਡਾਮੈਂਟਲ ਰਾਈਟ ਦੀ ਰੱਖਿਆ ਕੌਣ ਕਰਦਾ, ਸਾਡੇ ਜੁਡੀਸ਼ਰੀ ਕਰਦੀ ਆ। ਤਾਂ ਹੁਣ ਦੇਖੋ ਵੀ ਇਹਦੇ 'ਚ ਆਪਣੇ ਕੋਲ ਇਹ ਕਿਵੇਂ ਕਰਦੀ ਹੈ ਸੁਪਰੀਮ ਕੋਰਟ। ਤਾਂ ਜਿਵੇਂ ਇਹ ਕਿਸੇ ਵੀ ਐਕਟ ਨੂੰ ਜਾਂ ਲਾਅ ਆ ਕੋਈ ਹੈ ਨਾ, ਉਹਨੂੰ ਇਹ ਕੀ ਕਰ ਸਕਦੀ ਆ ਨਲ ਐਂਡ ਵਾਇਡ ਕਰ ਸਕਦੀ ਆ, ਜਾਂ ਅਨਕੌਂਸਟੀਟਿਊਸ਼ਨਲ ਆ ਜਿਹੜਾ ਉਹ ਕਹਿ ਸਕਦੀ ਆ। ਕੌਣ, ਜੁਡੀਸ਼ਰੀ ਕਹਿ ਸਕਦੀ ਆ। ਅਤੇ ਜਿਵੇਂ ਆਪਣੇ ਕੋਲ ਦੋ ਆਰਟੀਕਲ ਇੰਪੋਰਟੈਂਟ ਨੇ, ਇੱਕ ਆਰਟੀਕਲ 32, ਇੱਕ ਆਰਟੀਕਲ 226। ਆਰਟੀਕਲ 32 ਨਾਲ ਅਸੀਂ ਸਿੱਧਾ ਸੁਪਰੀਮ ਕੋਰਟ ਦੇ ਵਿੱਚ ਆਪਣੇ ਫੰਡਾਮੈਂਟਲ ਰਾਈਟ ਨੂੰ ਲੈ ਕੇ ਜਾ ਸਕਦੇ ਹਾਂ, ਇਹਨਾਂ ਦੇ ਨਾਲ ਅਸੀਂ ਹਾਈ ਕੋਰਟ ਦੇ ਵਿੱਚ ਜਾ ਸਕਦੇ ਹਾਂ। ਠੀਕ ਆ, ਤਾਂ ਪਿੱਛੇ ਵਾਲੀ ਵੀਡੀਓ ਦੇ ਵਿੱਚ ਆਪਾਂ ਆਰਟੀਕਲ ਇਹਦੇ ਬਾਰੇ ਮੈਂ ਤੁਹਾਨੂੰ ਕੁਐਸਚਨ ਵੀ ਕੀਤਾ ਸੀ ਵੀ ਤੁਸੀਂ ਦੱਸਣਾਗਾ ਵੀ ਕਿਹੜੇ ਆਰਟੀਕਲ ਦੇ ਥਰੂ ਜਾਂਦੇ ਆ। ਤਾਂ ਆਰਟੀਕਲ 226 ਦੇ ਅਕੋਰਡਿੰਗਲੀ ਅਸੀਂ ਹਾਈ ਕੋਰਟ 'ਚ ਜਾਂਦੇ ਹਾਂ, ਆਰਟੀਕਲ 32 ਦੇ ਅਕੋਰਡਿੰਗਲੀ ਅਸੀਂ ਸੁਪਰੀਮ ਕੋਰਟ 'ਚ ਜਾਂਦੇ ਹਾਂ। ਮਤਲਬ ਬਾਕੀ ਕੇਸ ਨੇ ਜਿਹੜੇ ਉਹ ਨਹੀਂ ਜਾ ਸਕਦੇ। ਔਰ ਜਿਹੜਾ ਆਰਟੀਕਲ 32 ਆ ਇਹ ਕੀ ਆ, ਰਾਈਟ ਟੂ
ਕੌਂਸਟੀਟਿਊਸ਼ਨਲ ਰੈਮਡੀਜ਼, ਠੀਕ ਆ। ਤਾਂ ਇਹਨੂੰ ਹੀ ਡਾਕਟਰ ਆਪਣੇ ਅੰਬੇਦਕਰ ਜੀ ਨੇ ਕੀ ਕਿਹਾ, ਸੋਲ, ਮਤਲਬ ਆਤਮਾ ਆਪਣੇ ਕੌਂਸਟੀਟਿਊਸ਼ਨ ਦੀ। ਕਲੀਅਰ ਆ ਵੀ ਜੇ ਕਿਸੇ ਦਾ ਹਨਨ ਹੁੰਦਾ ਤਾਂ। ਬਾਕੀ ਹੁਣ ਸੁਪਰੀਮ ਕੋਰਟ ਦੀ ਗੱਲ ਜੇ ਕਰ ਹੀ ਲਈ ਤਾਂ ਸੁਪਰੀਮ ਕੋਰਟ ਦੇ ਬਾਰੇ ਆਪਾਂ 2-4 ਫੈਕਟ ਨੇ ਜਿਹੜੇ ਉਹ ਹੋਰ ਦੇਖ ਲੈਂਦੇ ਹਾਂ। ਤਾਂ ਇਸ ਤੋਂ ਬਾਅਦ ਦੇਖੋ ਇਹ ਮਤਲਬ ਕਿਹੜੇ ਆਰਟੀਕਲ ਦੇ ਵਿੱਚ ਆਉਂਦੀ ਆ, 124 ਦੇ ਵਿੱਚ ਆਉਂਦੀ ਆ। ਔਰ ਕਿਹੜੇ ਪਾਰਟ ਦੇ ਵਿੱਚ ਕਿਹੜੇ 'ਚ ਆਉਂਦੀ ਆ, ਆਪਣੇ ਪਾਰਟ ਸੰਵਿਧਾਨ ਦੇ ਕਿਹੜੇ 'ਚ ਆਉਂਦੀ ਆ, 5ਵੇਂ ਪਾਰਟ ਦੇ ਵਿੱਚ ਆਉਂਦੀ ਆ। ਔਰ ਆਰਟੀਕਲ 124 ਤੋਂ ਲੈ ਕੇ 147 ਤੱਕ ਨੇ ਜਿਹੜੇ ਉਹ ਸੁਪਰੀਮ ਕੋਰਟ ਦੇ ਆਰਟੀਕਲ ਚੱਲਦੇ ਨੇ। ਤਾਂ ਇਹ ਕਦੋਂ ਬਣੀ ਸੀ, ਇਹ ਆਪਣੀ ਬਣਦੀ ਆ ਜਨਵਰੀ 28, 1950 ਨੂੰ। ਕਲੀਅਰ ਆ। ਤਾਂ ਇਹ ਤੋਂ ਬਾਅਦ ਪਹਿਲਾਂ ਕੀ ਸੀਗਾ, ਪਹਿਲਾਂ ਆਪਣੇ ਕਿਹੜੀ ਸੀਗੀ, ਫੈਡਰਲ ਕੋਰਟ ਸੀ। ਪਹਿਲਾਂ ਕੀ ਚੱਲਦਾ ਸੀ, ਆਪਣੇ ਫੈਡਰਲ ਕੋਰਟ ਸੀ। ਇਹ ਕਾਹਦੇ ਨਾਲ ਬਣੀ ਸੀ, ਗਵਰਨਮੈਂਟ ਆਫ ਇੰਡੀਆ ਐਕਟ 1935 ਨਾਲ ਬਣੀ ਸੀ। ਠੀਕ ਆ। ਤਾਂ ਹੁਣ ਜੇ ਆਪਾਂ ਗੱਲ ਕਰੀਏ ਵੀ ਮਤਲਬ ਕਿ 2021 ਤੱਕ, ਹੁਣ ਆਪਾਂ 2021 ਤੱਕ ਦੀ ਗੱਲ ਕਰ ਰਹੇ ਹਾਂ, ਠੀਕ ਆ, ਅੱਜ ਦੀ। ਤਾਂ ਮਤਲਬ ਕਿੰਨੇ ਜੱਜ ਹੋ ਸਕਦੇ ਨੇ ਮੈਕਸੀਮਮ, ਤਾਂ ਆਪਣੇ ਹੁਣ 34 ਜੱਜ ਹੋ ਸਕਦੇ ਆ ਸੁਪਰੀਮ ਕੋਰਟ ਦੇ ਵਿੱਚ। ਤਾਂ 33 ਤਾਂ ਵੈਸੇ ਜੱਜ ਨੇ, 33 + 1 ਯਾਨੀ ਕਿ CGI ਹੋ ਗਿਆ, ਚੀਫ ਜਸਟਿਸ ਆਫ ਇੰਡੀਆ। ਤਾਂ ਇਹ 2019 ਦੇ ਵਿੱਚ ਇਹਨਾਂ ਨੇ ਅਮੈਂਡਮੈਂਟ ਕੀਤੀ ਸੀ। 2019 ਦੇ ਵਿੱਚ ਇਹ ਲਿਮਟ 31 ਸੀਗੀ, ਤਾਂ ਫਿਰ ਇਹਨਾਂ ਨੇ ਦੂਆ ਵਧਾ ਕੇ ਆਪਣੀ ਕਿੰਨੀ ਕਰਤੀ, 34 ਕਰਤੀ ਸੀ। ਅਤੇ ਇਹਨਾਂ ਨੂੰ ਅਪੋਇੰਟ ਕੌਣ ਕਰਦੇ ਆ, ਰਾਸ਼ਟਰਪਤੀ ਕਰਦੇ ਆ, ਮਤਲਬ ਕਿ ਅਤੇ ਜੇ ਤਾਂ ਮਤਲਬ ਕਿ ਆਪਣਾ CGI ਆ ਅਤੇ ਉਹਨੂੰ ਰਾਸ਼ਟਰਪਤੀ ਅਪੋਇੰਟ ਕਰ ਦਿੰਦੇ ਆ। ਠੀਕ ਆ। ਅਤੇ ਉਹ ਤਾਂ ਮਤਲਬ ਕਿ ਪਹਿਲਾਂ ਤੁਹਾਨੂੰ ਦੱਸ ਦਿਆਂ ਉਹਦਾ ਪ੍ਰੋਸੀਜਰ। ਅਤੇ ਇਹ ਤੋਂ ਬਾਅਦ ਜਿਹੜੇ ਬਾਕੀ ਜੱਜ ਆ ਉਹਨਾਂ ਨੂੰ CGI ਦੇ ਅਕੋਰਡਿੰਗਲੀ ਮਤਲਬ ਉਹਨਾਂ ਦੀ ਸਲਾਹ ਜ਼ਰੂਰੀ ਆ, ਤਾਂ ਉਹਦੇ ਨਾਲ ਉਹ ਆਪਣੇ ਡਿਸਕਸ ਕਰਕੇ ਉਹਨਾਂ ਨੂੰ ਅਪੋਇੰਟ ਕਰ ਦਿੰਦੇ ਆ। ਬਸ ਇਹ 'ਤੇ ਯਾਦ ਰੱਖਣਾ ਵੀ ਇਹਨਾਂ ਨੂੰ ਅਪੋਇੰਟਮੈਂਟ ਕਿਹਦੇ ਦੁਆਰਾ ਕੀਤਾ ਜਾਂਦਾ, ਰਾਸ਼ਟਰਪਤੀ ਦੁਆਰਾ ਕੀਤਾ ਜਾਂਦਾ। ਕਲੀਅਰ ਆ। ਬਾਕੀ ਇਹਨਾਂ ਦੇ ਕੰਟਰੋਵਰਸੀ ਵੀ ਕੇਸ ਵੀ ਸੀ, ਜਿਵੇਂ ਕਿ ਫਸਟ ਜੱਜਸ ਕੇਸ ਹੋ ਗਿਆ, ਸੈਕਿੰਡ ਹੋਇਆ, ਫਿਰ ਤੀਸਰਾ ਹੋਇਆ, ਫਿਰ ਚੌਥਾ ਹੋ ਗਿਆ। ਤਾਂ ਮਤਲਬ ਸਾਰੇ ਤਾਂ ਇੱਥੇ ਨਹੀਂ ਆਪਣੇ ਕੋਲ ਜ਼ਰੂਰੀ ਨਹੀਂ ਹੈਗੇ। ਹੁਣ ਜਦੋਂ ਆਪਾਂ ਕਿਤੇ ਜੁਡੀਸ਼ਰੀ ਦਾ ਟੌਪਿਕ ਕਰਾਂਗੇ, ਸੁਪਰੀਮ ਕੋਰਟ ਨੂੰ ਕਰਾਂਗੇ, ਦੈਨ ਉਦੋਂ 'ਚ ਕਵਰ ਕਰ ਲਾਂਗੇ। ਹੁਣ ਜਿੰਨਾ ਤੁਹਾਡੇ ਕੰਮ ਦੇ ਲਈ ਆ, ਮਤਲਬ ਕਿਵੇਂ ਫੰਡਾਮੈਂਟਲ ਰਾਈਟ ਨੇ, ਇਹਨਾਂ ਦੀ ਰੱਖਿਆ ਕੌਣ ਕਰਦੀ ਆ, ਜੁਡੀਸ਼ਰੀ ਕਰਦੀ ਆ। ਆਰਟੀਕਲ 32 ਸੁਪਰੀਮ ਕੋਰਟ 'ਚ ਜਾਂਦੇ ਆ, ਆਰਟੀਕਲ 226 ਨਾਲ ਅਸੀਂ ਹਾਈ ਕੋਰਟ 'ਚ ਜਾਂਦੇ ਆ। ਸੁਪਰੀਮ ਕੋਰਟ ਕਿੰਨੇ ਤੋਂ ਸ਼ੁਰੂ ਹੁੰਦੀ ਹੈ, 124 ਤੋਂ ਸ਼ੁਰੂ ਹੁੰਦੀ ਹੈ, 147 ਤੱਕ ਜਾਂਦੀ ਆ। ਮਤਲਬ ਇਹ ਤੋਂ ਬਾਅਦ ਫਿਰ ਕੈਗ ਚੱਲ ਪਊਗਾ। ਕਲੀਅਰ ਆ। ਤਾਂ ਕਿਹੜੇ ਪਾਰਟ ਦੇ ਵਿੱਚ ਆਉਂਦੀ ਆ, 5ਵੇਂ ਪਾਰਟ ਦੇ ਵਿੱਚ ਆਉਂਦੀ ਆ। ਕਦੋਂ ਬਣਦੀ ਆ, ਤਾਂ ਸੰਵਿਧਾਨ ਲਾਗੂ ਹੋਣ ਤੋਂ ਜਾਣੀ ਕਿ ਬਾਅਦ ਬਣਦੀ ਆ। ਤਾਂ ਸੰਵਿਧਾਨ 26 ਜਨਵਰੀ 1950 ਨੂੰ ਲਾਗੂ ਹੁੰਦਾ, ਅਤੇ ਜਨਵਰੀ 28 ਨੂੰ 1950 ਨੂੰ ਇਹ ਆਪਣੀ ਕੋਰਟ ਆ ਜਿਹੜੀ ਉਹ ਬਣਦੀ ਆ। ਤਾਂ ਇਹ ਤੋਂ ਪਹਿਲਾਂ ਫੈਡਰਲ ਕੋਰਟ ਸੀ, ਅਤੇ ਉਹ ਕਿਹੜੇ ਐਕਟ ਨਾਲ ਬਣਦੀ ਆ, ਗਵਰਨਮੈਂਟ ਆਫ ਇੰਡੀਆ ਐਕਟ 1935 ਨਾਲ ਬਣਦੀ ਆ। ਕਲੀਅਰ। ਅਤੇ 2021 ਤੱਕ ਹੁਣ ਜੱਜਾਂ ਦੀ ਸੰਖਿਆ ਮੈਕਸੀਮਮ ਕਿੰਨੇ ਨੇ, ਸਾਡੇ 34 ਨੇ। ਔਰ 2019 'ਚ ਅਮੈਂਡਮੈਂਟ ਕੀਤੀ ਸੀ, ਉਦੋਂ ਵਧਾਏ ਸੀ। ਅਤੇ ਇਹ ਤੋਂ ਪਹਿਲਾਂ ਇਹ ਕਿੰਨੇ ਹੁੰਦੇ ਸੀ, 31 ਹੁੰਦੇ ਸੀ। ਠੀਕ ਆ। ਅਤੇ ਇੱਥੋਂ ਤੱਕ ਉਮੀਦ ਕਰਦੇ ਹਾਂ ਵੀ ਤੁਹਾਨੂੰ ਕਲੀਅਰ ਹੋ ਗਿਆ ਹੋਊਗਾ। ਤਾਂ ਹੁਣ ਦੇਖੋ ਵੀ 2014 ਦੇ ਵਿੱਚ ਇੱਕ ਵੱਖਰੀ ਜਿਹੀ ਗੱਲ ਹੋ ਜਾਂਦੀ ਹੈ। ਮਤਲਬ BJP ਗਵਰਨਮੈਂਟ ਜਦੋਂ ਤਾਜ਼ੀ ਬਣ ਕੇ ਆਈ ਸੀ, ਤਾਂ ਉਹਨਾਂ ਨੇ ਨਾ 99 ਨੰਬਰ ਦੀ ਇੱਕ ਅਮੈਂਡਮੈਂਟ ਕੀਤੀ। ਠੀਕ ਆ। BJP ਪਾਰਟੀ ਨੇ 99 ਨੰਬਰ ਦੀ ਇੱਕ CAA ਕੀਤੀ ਸੀਗੀ। ਠੀਕ ਆ। ਕਦੋਂ, 2014 'ਚ। ਤਾਂ ਇਹਨਾਂ ਨੇ ਕੀ ਕਰਿਆ, ਇੱਕ ਸਿਸਟਮ ਲੈ ਕੇ ਆਂਦਾ NJAC, ਆ ਨੀਚੇ NJAC, ਜਾਣੀ ਕਿ ਨੈਸ਼ਨਲ ਜੁਡੀਸ਼ਰੀ ਅਪੁਆਇੰਟਮੈਂਟਸ ਕਮਿਸ਼ਨ ਐਕਟ 2014। ਠੀਕ ਆ। ਤਾਂ ਇਹਦੇ 'ਚ ਇਹ ਕਹਿੰਦੇ ਸੀ ਵੀ ਕੋਲੀਜੀਅਮ ਸਿਸਟਮ ਆ ਜਿਹੜਾ, ਉਹ ਪਹਿਲਾਂ ਕੋਲੀਜੀਅਮ ਬਣਦਾ ਹੁੰਦਾ ਸੀ ਇਹਨਾਂ ਨੂੰ ਅਪੁਆਇੰਟ ਕਰਨ ਦੇ ਲਈ। ਅਤੇ ਇਹ ਕਹਿੰਦੇ ਵੀ ਕੋਲੀਜੀਅਮ ਹੈ ਉਹਨੂੰ ਬਦਲ ਦਿਓ ਤੁਸੀਂ, ਮਤਲਬ ਆਹ ਆਪਣਾ ਸਿਸਟਮ ਆ ਜਿਹੜਾ ਇਹ ਕੰਮ ਕਰੂਗਾ। ਠੀਕ ਆ। ਤਾਂ ਫਿਰ 2015 ਦੇ ਵਿੱਚ ਸੁਪਰੀਮ ਕੋਰਟ ਨੇ ਇਹਨੂੰ ਅਨਕੌਂਸਟੀਟਿਊਸ਼ਨਲ ਕਹਿ ਕੇ ਨਲ ਐਂਡ ਵਾਇਡ ਕਰਤਾ ਸੀਗਾ, ਜਿਹੜਾ ਇਹਨਾਂ ਨੇ ਮਤਲਬ ਬਣਾਇਆ ਸੀਗਾ। ਠੀਕ ਆ। ਤਾਂ ਜਦੋਂ ਸਟਾਰਟਿੰਗ ਦੇ ਵਿੱਚ ਦੇਖੀਏ ਜੱਜ, ਉਦੋਂ ਆਪਣੇ 8 ਜੱਜ ਹੁੰਦੇ ਸੀ, ਯਾਨੀ ਕਿ 7 ਜੱਜ ਹੁੰਦੇ ਸੀ, ਇੱਕ ਚੀਫ ਜਸਟਿਸ ਹੁੰਦਾ ਸੀ। ਤਾਂ ਅੱਗੇ ਦੇਖੋ, ਇੱਥੇ ਆਪਾਂ ਨਿਊ ਸਲਾਈਡ ਲੈ ਲੈਂਦੇ ਹਾਂ। ਤਾਂ ਦੇਖੋ 1950 ਤੋਂ ਆਪਣਾ ਸੰਵਿਧਾਨ ਲਾਗੂ ਹੁੰਦਾ, ਤਾਂ ਉਦੋਂ ਲੈ ਕੇ 1973 ਤੱਕ। ਠੀਕ ਆ। ਉਦੋਂ ਤਾਂ ਮਤਲਬ ਕਿਹੜਾ ਬਣਦਾ ਸੀ, ਜਿਹੜਾ ਸਭ ਤੋਂ ਸੀਨੀਅਰ ਮੋਸਟ ਜੱਜ ਹੁੰਦਾ ਸੀ ਆਪਣੇ ਸੁਪਰੀਮ ਕੋਰਟ ਦਾ, ਉਹੀ CGI ਬਣ ਜਾਂਦਾ ਸੀ। ਕਲੀਅਰ। ਪਰ 1973 ਦੇ ਵਿੱਚ ਇਹ ਰੂਲ ਸੀਗਾ ਜਿਹੜਾ ਉਹ ਬ੍ਰੇਕ ਹੋ ਗਿਆ। ਠੀਕ ਆ। 1973 ਦੇ ਵਿੱਚ ਕੀ ਕਰਤਾ, ਇਹ ਰੂਲ ਬ੍ਰੇਕ ਹੋ ਗਿਆ। AN ਰॉय, ਮਤਲਬ ਜਦ ਕਿ ਇਹਨਾਂ ਤੋਂ 3 ਸੀਨੀਅਰ ਮੋਸਟ ਜੱਜ ਹੋਰ ਸੀਗੇ, ਪਰ ਇਹਨਾਂ ਨੂੰ ਉੱਥੇ ਬਣਾਤਾ ਗਿਆ। ਠੀਕ ਆ। ਤਾਂ ਇਹ ਰੂਲ ਟੁੱਟ ਗਿਆ। ਤਾਂ 3 ਸੀਨੀਅਰ ਜੱਜਸ ਨੂੰ ਛੱਡ ਕੇ ਇਹਨਾਂ ਨੂੰ ਬਣਾਤਾ। ਫਿਰ ਇਹਦੋਂ 77 ਦੇ ਵਿੱਚ ਦੁਬਾਰੇ ਤਾਂ MB ਬੇਗ ਨੂੰ ਬਣਾਤਾ ਸੀਗਾ, ਅਤੇ ਉਦੋਂ ਬਣਾਤਾ ਉਹਨਾਂ ਨੂੰ, ਸੀਨੀਅਰ ਜੱਜ ਉਦੋਂ ਵੀ ਛੱਡੇ ਗਏ। ਕਲੀਅਰ ਆ। ਅਤੇ ਹੁਣ ਦੇਖੋ ਤੁਸੀਂ, ਤਾਂ ਇਹਨਾਂ 'ਚ ਆਪਾਂ ਗੱਲ ਕਰੀਏ, ਜੇ ਕੁਆਲੀਫਿਕੇਸ਼ਨ ਦੀ ਗੱਲ ਕਰੀਏ, ਤਾਂ ਪਹਿਲਾਂ ਸਿਟੀਜ਼ਨ ਤਾਂ ਸਾਰੇ ਹੋਣੇ ਚਾਹੀਦੇ ਆ। ਬਾਕੀ ਜੇ ਆਪਾਂ ਹਾਈ ਕੋਰਟ 'ਚ ਗੱਲ ਕਰੀਏ, ਜੇ ਤਾਂ ਜੱਜ ਰਿਹਾ, ਤਾਂ ਜੱਜ ਦੇ ਲਈ ਕਿੰਨਾ, 5 ਸਾਲ ਦਾ ਐਕਸਪੀਰੀਅੰਸ ਬਹੁਤ ਆ। ਜੇ ਮਤਲਬ ਐਡਵੋਕੇਟ ਸੀ ਕਿਤੇ ਉੱਥੇ, ਤਾਂ 10 ਸਾਲ ਦਾ ਬਹੁਤ ਆ। ਠੀਕ ਆ। ਅਤੇ ਭਾਰਤ ਦਾ ਜਿਹੜਾ ਆਪਣਾ ਕੌਂਸਟੀਟਿਊਸ਼ਨ ਆ, ਉਹ ਮਿਨੀਮਮ ਏਜ ਦੀ ਨਹੀਂ ਦੱਸਦਾ ਹੈਗਾ, ਮਿਨੀਮਮ ਏਜ ਆਪਣੇ ਕੋਈ ਨਹੀਂ ਹੈਗੀ। ਬਾਕੀ ਜੇ ਇਹਨਾਂ ਦੀ ਗੱਲ ਕਰੀਏ ਸਹੁੰ ਦੀ, ਤਾਂ ਮਤਲਬ ਕਿ ਰਾਸ਼ਟਰਪਤੀ ਦੇ ਸਾਹਮਣੇ
ਦੁਆਰਾ ਇਹ ਸਹੁੰ ਚੁੱਕਦੇ ਨੇ। ਮਤਲਬ ਇਹ ਜ਼ਰੂਰੀ ਨਹੀਂ ਵੀ ਰਾਸ਼ਟਰਪਤੀ ਕਿਸੇ ਬੰਦੇ ਨੂੰ ਵੀ ਅਪੋਇੰਟ ਕਰ ਸਕਦਾ ਵੀ ਮਤਲਬ ਇਹਨਾਂ ਨੂੰ ਸਹੁੰ ਖਵਾਉਣ ਦੇ ਲਈ। ਬਾਕੀ ਜੇ ਇਹਨਾਂ ਦੀ ਤਨਖਾਹ ਵਗੈਰਾ ਦੀ ਗੱਲ ਕਰ ਲਈਏ, ਆਪਾਂ ਹੁਣ ਸੁਪਰੀਮ ਕੋਰਟ ਦੇ ਜੱਜਸ ਦੀ ਗੱਲ ਕਰ ਰਹੇ ਹਾਂ, ਠੀਕ ਆ। ਤਾਂ ਉਹਨਾਂ ਨੂੰ ਤੈਅ ਕੌਣ ਕਰਦੀ ਹੈ? ਪਾਰਲੀਮੈਂਟ ਕਰਦੀ ਹੈ ਟਾਈਮ ਟੂ ਟਾਈਮ। ਜਿਵੇਂ ਕਿ 2018 ਦੇ ਵਿੱਚ ਇਹਨਾਂ ਦੀਆਂ ਸੈਲਰੀਆਂ ਸੀ ਜਿੰਨੀਆਂ ਵੀ ਉਹ ਵਧਾਈਆਂ ਗਈਆਂ। ਤਾਂ 2018 ਦੇ ਵਿੱਚ 2018 ਤੋਂ ਇਹਨਾਂ ਦੀਆਂ ਤਨਖਾਹਾਂ ਨੇ ਜਿਹੜੀਆਂ ਤਨਖਾਹਾਂ ਕੀ ਕੀਤਾ ਗਿਆ? ਵਧਾਈਆਂ ਗਈਆਂ। ਜਿਵੇਂ ਕਿ CGI ਚੀਫ ਜਸਟਿਸ ਆਫ ਇੰਡੀਆ, ਇਹਦੀ ਪਹਿਲਾਂ ਕਿੰਨੀ ਸੀਗੀ? 1 ਲੱਖ। 1 ਲੱਖ ਤੋਂ ਵਧਾ ਕੇ ਸਿੱਧੀ 2.80 ਲੱਖ ਕਰਤੀ, ਠੀਕ ਆ। ਅਤੇ ਜਿਹੜੇ ਜੱਜ ਸੀਗੇ ਉਹਨਾਂ ਦੀ 90,000 ਤੋਂ 2.5 ਲੱਖ ਹੋ ਗਈ। ਬਾਕੀ ਇਹਨਾਂ ਨੂੰ ਮੈਡੀਕਲ ਵਗੈਰਾ ਅਕੋਮੋਡੇਸ਼ਨ ਆ, ਕਾਰ ਆ, ਟੈਲੀਫੋਨ ਆ, ਇਹ ਚੀਜ਼ਾਂ ਦੀ ਸਹੂਲਤ ਆ ਜਿਹੜੀ ਉਹ ਫ੍ਰੀ ਮਿਲਦੀ ਆ, ਠੀਕ ਆ। ਬਾਕੀ ਟੈਨਿਓਰ ਇਹਨਾਂ ਦਾ ਕੋਈ ਫਿਕਸ ਨਹੀਂ ਹੈਗਾ ਆਪਣੇ ਸੰਵਿਧਾਨ ਦੇ ਵਿੱਚ। ਬਾਕੀ ਇਹ ਕਹਿੰਦੇ ਆ ਵੀ ਹੋਲਡ ਕਰ ਸਕਦਾ 65 ਸਾਲ ਦੀ ਉਮਰ ਦੇ ਤੱਕ, ਰਿਜ਼ਾਈਨ ਦੇਊਗਾ ਇਹ ਰਾਸ਼ਟਰਪਤੀ ਨੂੰ। ਔਰ P52 ਆਪਣਾ, ਜਿਵੇਂ P52 ਦੀ ਗੱਲ ਕਰਦੇ ਹੋ ਤੁਸੀਂ, ਆਦਤ ਪਾ ਲਓ P52 ਕਹਿਣ ਦੀ, ਤਾਂ ਪ੍ਰੈਜ਼ੀਡੈਂਟ ਆਪਣਾ 52 ਆਰਟੀਕਲ 'ਚ ਆ, ਠੀਕ ਆ। ਤਾਂ ਉਹ ਹਟਾ ਵੀ ਸਕਦਾ। ਮਤਲਬ ਸਿਫਾਰਿਸ਼ ਕਿਹਦੀ ਚਾਹੀਦੀ ਹੈ ਇੱਥੇ? ਸਾਨੂੰ ਪਾਰਲੀਮੈਂਟ ਦੀ ਸਿਫਾਰਿਸ਼ ਚਾਹੀਦੀ ਆ। ਕਲੀਅਰ ਆ ਵੀ। ਬਾਕੀ ਜੇ ਜੱਜਾਂ ਨੂੰ ਘੱਟ ਵੱਧ ਕਰਨਾ, ਉਹ ਪਾਵਰ ਕਿਹਦੇ ਕੋਲ ਆ? ਪਾਰਲੀਮੈਂਟ ਦੇ ਕੋਲ ਆ। ਅਤੇ ਜੇ ਇਹਨਾਂ ਨੂੰ ਆਪਾਂ ਰਿਮੂਵ ਕਰਨਾ ਤਾਂ ਕੌਣ ਕਰੂ? ਓਨਲੀ ਪਾਰਲੀਮੈਂਟ ਕਰ ਸਕਦੀ ਆ, ਠੀਕ ਆ। ਮਤਲਬ ਪਾਰਲੀਮੈਂਟ ਦੇ ਵਿੱਚੋਂ ਪਾਸ ਹੋ ਕੇ ਜਾਂਦਾ, ਕਰੂਗਾ ਰਾਸ਼ਟਰਪਤੀ। ਮਤਲਬ ਕਿ ਬੇਸ ਇੱਥੋਂ ਸ਼ੁਰੂ ਹੋਊਗਾ ਇਹਦਾ। ਅਤੇ ਮਤਲਬ ਦੋਨੇ ਹਾਊਸ ਦੇ ਵਿੱਚੋਂ ਸਪੈਸ਼ਲ ਮੈਜੋਰਟੀ ਚਾਹੀਦੀ ਆ ਇਹਨਾਂ ਦੇ ਲਈ। ਬਾਕੀ ਜੇ ਆਪਾਂ ਇਹਨਾਂ ਦੀ ਹੁਣ ਰਿਮੂਵਲ ਦੀ ਗੱਲ ਕਰੀਏ ਤਾਂ ਮਤਲਬ ਸਾਰੇ ਹੱਦ 'ਚੋਂ ਆਪਾਂ ਨੂੰ ਸਪੈਸ਼ਲ ਮੈਜੋਰਟੀ ਨਾਲ ਪਾਸ ਹੋਣਾ ਚਾਹੀਦਾ, ਜਾਣੀ ਕਿ ਮੈਜੋਰਟੀ ਆਫ ਦਾ ਟੋਟਲ ਮੈਂਬਰਸ਼ਿਪ ਆਫ ਦਾ ਹਾਊਸ ਐਂਡ ਪ੍ਰੈਜ਼ੈਂਟ ਦੇ ਵੋਟਿੰਗ ਦਾ ਵੀ 2/3 ਤੋਂ ਘੱਟ ਨਹੀਂ ਹੋਣੀ ਚਾਹੀਦੀ। ਅਤੇ ਰਿਮੂਵਲ ਦੇ ਦੋ ਹੀ ਤਰੀਕੇ ਸਾਡੇ ਕੋਲ, ਜਾਂ ਤਾਂ ਵੈਸੇ ਇਹ ਬਿਹੇਵੀਅਰ ਹੋਊਗਾ ਜਾਂ ਫਿਰ ਇਨਕੈਪੈਸਿਟੀ ਹੋਊਗਾ। ਵੈਸੇ ਇੰਪੀਚਮੈਂਟ ਸ਼ਬਦ ਆਪਾਂ ਬੋਲ ਦਿੰਦੇ ਹਾਂ, ਪਰ ਆਪਣੇ ਸੰਵਿਧਾਨ ਦੇ ਵਿੱਚ ਸਿਰਫ ਪ੍ਰੈਜ਼ੀਡੈਂਟ ਨੂੰ ਹਟਾਉਣ ਦੇ ਲਈ ਹੀ ਇੰਪੀਚਮੈਂਟ ਸ਼ਬਦ ਦੀ ਵਰਤੋਂ ਕੀਤੀ ਗਈ ਆ। ਜਿਵੇਂ ਕਿ ਆਪਾਂ ਬਜਟ ਬੋਲਦੇ ਹਾਂ, ਬਜਟ ਨਹੀਂ ਹੈਗਾ, ਐਨੂਅਲ ਫਾਈਨੈਂਸ਼ੀਅਲ ਸਟੇਟਮੈਂਟ ਆ। ਤਾਂ ਐਵੇਂ ਇੰਪੀਚਮੈਂਟ ਆਪਾਂ ਬਾਕੀਆਂ ਲਈ ਵੀ ਯੂਜ਼ ਕਰ ਲੈਂਦੇ ਹਾਂ, ਪਰ ਇਹ ਆਪਣਾ ਇੰਪੀਚਮੈਂਟ ਸ਼ਬਦ ਸਿਰਫ ਪ੍ਰੈਜ਼ੀਡੈਂਟ ਲਈ ਵਰਤਿਆ ਗਿਆ, ਨਾ ਕਿ ਕਿਸੇ ਵੀ ਹੋਰ ਬੰਦੇ ਦੇ ਲਈ ਆਪਣੇ ਕੋਲ ਹੈ ਨਹੀਂਗਾ, ਕਿਸੇ ਵੀ ਪੋਸਟ ਲਈ, ਠੀਕ ਆ। ਜੱਜਸ ਇਨਕੁਆਇਰੀ ਐਕਟ ਕਿੰਨੇ ਦਾ? ਸਾਡਾ 1968 ਦਾ। ਇੰਪੀਚਮੈਂਟ ਨੂੰ ਰੈਗੂਲੇਟ ਕਰਦਾ ਇਸ ਦੀ। ਤਾਂ ਮਤਲਬ ਜੇ ਹਟਾਉਣਾ ਗਾ ਤਾਂ 100 ਸਾਈਨ ਲੋਕ ਸਭਾ ਦੇ ਵਿੱਚੋਂ ਚਾਹੀਦੇ ਆ। ਜੇ ਰਾਜ ਸਭਾ ਦੇ ਵਿੱਚੋਂ ਸ਼ੁਰੂ ਕਰਨਾ ਤਾਂ 50 ਮੈਂਬਰਾਂ ਦੇ ਘੱਟੋ ਘੱਟ ਰਾਜ ਸਭਾ 'ਚੋਂ ਸਾਈਨ ਚਾਹੀਦੇ ਆ, ਠੀਕ ਆ। ਬਾਕੀ ਜੇ ਲੋਕ ਸਭਾ ਦੇ ਵਿੱਚੋਂ ਸ਼ੁਰੂ ਕੀਤਾ ਤਾਂ ਫਿਰ ਰਾਜ ਸਭਾ ਦੇ ਵਿੱਚ ਇੱਕ ਕਮੇਟੀ ਬਣਦੀ ਆ, ਉਹ ਉਹਦੀ ਮਤਲਬ ਕਿ ਜਾਂਚ ਕਰਦੀ ਆ ਜੇ ਕਿਸੇ ਨੇ ਲੈ ਕੇ ਆਉਂਦਾ, ਤਾਂ ਕਰਕੇ ਫਿਰ ਉਹਦੇ 'ਚ ਇੱਕ ਇਨਵੈਸਟੀਗੇਸ਼ਨ ਕਮੇਟੀ ਬਣਦੀ ਆ, ਤਾਂ ਉਹਨੂੰ ਇਨਵੈਸਟੀਗੇਸ਼ਨ ਹਾਊਸ ਵੀ ਕਿਹਾ ਜਾਂਦਾ। ਬਾਕੀ ਇੱਕ ਇਹਦੇ 'ਚ ਬਣਦੇ ਨੇ ਐਕਟਿੰਗ ਚੀਫ ਜਸਟਿਸ। ਐਕਟਿੰਗ ਚੀਫ ਜਸਟਿਸ, ਠੀਕ ਆ। ਇਹਨਾਂ ਨੂੰ ਅਪੋਇੰਟ ਕੌਣ ਕਰਦਾ? ਇਹਨਾਂ ਨੂੰ ਵੀ P52 ਯਾਨੀ ਕਿ ਰਾਸ਼ਟਰਪਤੀ ਅਪੋਇੰਟ ਕਰਦੇ ਆ। ਮਤਲਬ ਸੁਪਰੀਮ ਕੋਰਟ ਦੇ ਕਿਸੇ ਜੱਜ ਨੂੰ ਵੀ ਕਰ ਸਕਦੇ ਆ ਇਹ। ਮਤਲਬ ਕਦੋਂ ਕਰਨਗੇ? ਜੇ ਤਾਂ ਮਤਲਬ ਉਹਦਾ ਆਫਿਸ ਆ, ਜਿਹੜਾ CGI ਦਾ ਆਫਿਸ ਆ, ਉਹ ਖਾਲੀ ਹੋਵੇ, ਜਾਂ ਫਿਰ ਉਹ ਮਤਲਬ ਕਿ ਟੈਂਪਰੇਰੀ ਤੌਰ 'ਤੇ ਐਬਸੈਂਟ ਹੋਣ, ਤਾਂ ਉਦੋਂ ਇਹਨਾਂ ਨੂੰ ਮਤਲਬ ਕਿ ਐਕਟਿੰਗ ਚੀਫ ਜਸਟਿਸ ਨੇ ਜਿਹੜੇ ਉਹ ਜਾ ਸਕਦੇ ਆ। ਜਾਂ ਫਿਰ ਅਨਏਬਲ ਹੋਣ CGI ਡਿਊਟੀ ਕਰਨ ਦੇ ਲਈ, ਪਰਫੋਰਮ ਕਰਨ ਦੇ ਲਈ, ਤਾਂ ਉਦੋਂ ਇਹ 3 ਕੰਡੀਸ਼ਨਾਂ ਦੇ ਵਿੱਚ ਜਿਹੜੇ ਐਕਟਿੰਗ ਚੀਫ ਜਸਟਿਸ ਨੇ ਬਣਾਏ ਜਾ ਸਕਦੇ ਆ। ਇੱਕ ਉਹ ਹੁੰਦੇ ਆ, ਇੱਕ ਹੁੰਦੇ ਐਡ ਹੋਕ ਜੱਜ। ਉਹ ਕੀ ਹੁੰਦੇ ਆ? ਵੀ ਜਿਵੇਂ ਕੋਈ ਸੈਸ਼ਨ ਆ ਕਰਨ ਦੇ ਲਈ ਸੁਪਰੀਮ ਕੋਰਟ ਦੇ ਜਿਹੜੇ ਜੱਜ ਨੇ ਉਹ ਘੱਟ ਨੇ, ਕੋਰਮ ਘੱਟਦਾ ਉਹਨਾਂ ਦਾ। ਕੋਰਮ ਹੁੰਦਾ ਵੀ ਸ਼ੁਰੂ ਕਰਨ ਦੇ ਲਈ ਜਿੰਨੇ ਮਤਲਬ ਕਿ ਘੱਟੋ ਘੱਟ ਜੱਜ ਨੇ ਜਿਹੜੇ ਹੋਣੇ ਚਾਹੀਦੇ ਆ, ਜੇ ਉਹਨਾਂ ਦੀ ਗਿਣਤੀ ਘੱਟ ਜੇ ਤਾਂ ਉਹਨਾਂ ਦੀ ਪੂਰਾ ਕਰਨ ਦੇ ਲਈ CGI ਅਪੋਇੰਟ ਕਰਦਾ ਹਾਈ ਕੋਰਟ ਦੇ ਜੱਜਾਂ ਨੂੰ, ਠੀਕ ਆ। ਤਾਂ ਉਹਨਾਂ ਨੂੰ ਕੀ ਕਹਿੰਦੇ ਅਸੀਂ? ਐਡ ਹੋਕ ਜੱਜ ਕਹਿੰਦੇ ਆ। ਥੋੜ੍ਹੇ ਸਮੇਂ ਲਈ ਹੁੰਦੇ ਨੇ, ਅਤੇ ਮਤਲਬ ਜਿੰਨਾ ਵੀ ਜੂਰੀਡਿਕਸ਼ਨ ਪਾਵਰ ਹੁੰਦੀਆਂ ਨੇ, ਪ੍ਰਿਵਿਲੇਜ ਹੁੰਦੀਆਂ ਨੇ, ਤਾਂ ਸੁਪਰੀਮ ਕੋਰਟ ਦੇ ਜੱਜ ਦੇ ਵਾਂਗੂ ਇਹ ਕੀ ਕਰਦੇ ਨੇ? ਉਹਨਾਂ ਨੂੰ ਮਾਣਦੇ ਆ। ਡਨ, ਠੀਕ ਆ। ਬਾਕੀ ਜੇ ਸੀਟ ਦੀ ਗੱਲ ਕਰੀਏ ਤਾਂ ਕੌਨਸਟੀਟਿਊਸ਼ਨ ਡਿਕਲੇਅਰ ਦਿੱਲੀ ਐਜ਼ ਅ ਸੀਟ ਆਫ ਦਾ ਹਾਈ ਕੋਰਟ, ਆਪਣਾ ਸੁਪਰੀਮ ਕੋਰਟ। ਤਾਂ ਸੁਪਰੀਮ ਕੋਰਟ ਦੀ ਜਿਹੜੀ ਸੀਟ ਦੀ ਗੱਲ ਕਰੀਏ ਤਾਂ ਆਪਣਾ ਕੌਨਸਟੀਟਿਊਸ਼ਨ ਕਿਹੜਾ ਕਹਿੰਦਾ ਗਾ ਵੀ ਇਹਦੀ ਕਿੱਥੇ ਆ ਸੀਟ? ਦਿੱਲੀ 'ਚ ਆ, ਠੀਕ ਆ। ਬਟ CGI ਅਪੋਇੰਟ ਕਰ ਸਕਦਾ ਹੋਰ ਥਾਂ ਨੂੰ, ਆਪਣੇ CGI ਨੂੰ ਹੋਰ ਵੀ ਥਾਂ ਨੂੰ ਅਪੋਇੰਟ ਕਰ ਸਕਦੇ ਆ, ਪਰ ਉੱਥੇ ਅਪਰੂਵਲ ਚਾਹੀਦਾ ਆਪਣੇ ਰਾਸ਼ਟਰਪਤੀ ਦਾ, ਠੀਕ ਆ। ਮਤਲਬ ਇਹ ਆਪਸ਼ਨਲ ਆ, ਕੰਪਲਸਰੀ ਨਹੀਂ ਹੈਗਾ। ਡਨ। ਤਾਂ ਬਾਕੀ ਇਹ ਆਪਣੇ 'ਤੇ ਸੁਤੰਤਰ ਆ ਆਪਣੀ ਜੁਡੀਸ਼ਰੀ, ਅਤੇ ਤਾਂ ਕਰਕੇ ਵੀ ਇਹ ਫੰਡਾਮੈਂਟਲ ਰਾਈਟ ਦੇ ਆਪਣੇ ਕੀ ਆ? ਗਾਰਜੀਅਨ ਨੇ। ਕੋਈ ਇਹਦੇ 'ਚ ਤੁਹਾਨੂੰ ਕਿਸੇ ਨੂੰ ਡਾਊਟ ਸ਼ੰਕਾ ਹੋਈ ਤਾਂ ਤੁਸੀਂ ਕਮੈਂਟ ਕਰਕੇ ਸਾਨੂੰ ਮਤਲਬ ਕਿ ਆਪਣਾ ਜੋ ਵੀ ਸਵਾਲ ਆ ਉਹ ਤੁਸੀਂ ਸਾਡੇ ਤੱਕ ਪਹੁੰਚਾ ਸਕਦੇ ਹੋ। ਅਦਰਵਾਈਜ਼ ਸਾਡੇ ਟੈਲੀਗ੍ਰਾਮ ਚੈਨਲ ਨੂੰ ਜੁਆਇਨ ਕਰ ਲਿਓ। ਅਗਰ ਕਿਸੇ ਨੂੰ ਕੋਈ ਉਹਦੇ 'ਚ ਵੀ ਮਤਲਬ ਕਿ ਸਮੱਸਿਆ ਆਉਂਦੀ ਹੈ ਦੈਨ ਤੁਸੀਂ ਆਪਣਾ ਕੁਐਸਚਨ ਉੱਥੇ ਛੱਡ ਸਕਦੇ ਹੋ, ਤਾਂ ਅਸੀਂ ਤੁਹਾਨੂੰ ਰਿਪਲਾਈ ਜ਼ਰੂਰ ਕਰਾਂਗੇ ਉਹਦਾ, ਠੀਕ ਆ। ਤਾਂ ਅਗਲਾ ਕੁਐਸਚਨ ਦੇਖੋ। ਤਾਂ ਰਾਈਟ ਟੂ ਪ੍ਰੋਪਰਟੀ ਸਾਡੇ ਕਿਹੜਾ ਰਾਈਟ ਆ? ਤਾਂ ਇਹਦਾ ਆਨਸਰ ਕੀ ਆ? ਲੀਗਲ ਰਾਈਟ ਆ। ਤਾਂ ਹੁਣ ਦੇਖੋ ਤੁਸੀਂ, ਇਹਦੇ ਲਈ ਆਪਣੇ ਕੋਲੇ ਜੇ ਆਪਾਂ ਇਹਦੀ ਗੱਲ ਕਰਦੇ ਹਾਂ ਤਾਂ ਹੁਣ ਇਹ ਸਾਡੇ ਕੋਲੇ ਲੀਗਲ ਰਾਈਟ ਆ, ਤਾਂ ਕਿਹੜੇ ਆਰਟੀਕਲ ਦੇ ਵਿੱਚ ਆ? ਹੁਣ ਮੌਜੂਦਾ ਇਹ 300A ਆਰਟੀਕਲ ਦੇ ਵਿੱਚ ਆ, ਔਰ ਪਹਿਲਾਂ ਕਿਹੜੇ ਆਰਟੀਕਲ ਦੇ ਵਿੱਚ ਸੀਗਾ? ਆਰਟੀਕਲ 31 ਦੇ ਵਿੱਚ ਸੀਗਾ, ਠੀਕ ਆ। ਦੋਨੇ ਇਹ ਆਰਟੀਕਲ ਹੀ ਨੇ। ਆ ਹੁਣ 301 'ਚ ਆ, ਪਹਿਲਾਂ ਇਹਦੇ 31 'ਚ ਹੁੰਦਾ ਸੀ। ਅਤੇ ਪਹਿਲਾਂ ਇਹ ਕਿਹੜਾ ਸੀ ਸਾਡਾ? ਫੰਡਾਮੈਂਟਲ ਰਾਈਟ ਹੁੰਦਾ ਸੀ। ਫੰਡਾਮੈਂਟਲ ਰਾਈਟ ਇਹ ਕਦੋਂ ਕਰਿਆ? ਮਤਲਬ ਕਿ 44ਵੀਂ ਇਹ ਹੋਈ 1900
1978 ਦੇ ਵਿੱਚ। ਉਦੋਂ ਫਿਰ ਇਹਦੇ 'ਚੋਂ ਕੱਢ ਕੇ ਇਹਨੂੰ ਕਿਹਦੇ 'ਚ ਪਾਤਾ, ਮਤਲਬ ਕਿ 300 ਏ 'ਚ ਰੱਖ ਕੇ ਲੀਗਲ ਰਾਈਟ ਰੱਖਤਾ। ਤਾਂ ਹੁਣ ਦੇਖੋ, ਤਾਂ ਇੱਕ ਮਤਲਬ ਕਿ ਪਹਿਲਾਂ ਖਬਰਾਂ ਦੇ ਵਿੱਚ ਇੱਕ ਕੇਸ ਆਇਆ ਸੀਗਾ 1967 ਦੀ ਗੱਲ ਆ। 1967 ਦੇ ਵਿੱਚ ਹਿਮਾਚਲ ਪ੍ਰਦੇਸ਼ ਦੀ ਗਵਰਨਮੈਂਟ ਬਣਾ ਰਹੀ ਸੀ ਰੋਡ, ਠੀਕ ਆ। ਹਿਮਾਚਲ ਪ੍ਰਦੇਸ਼ ਦੀ ਗਵਰਨਮੈਂਟ ਇੱਕ ਰੋਡ ਬਣਾ ਰਹੀ ਸੀ, ਤਾਂ ਉਹਨਾਂ ਨੇ 3.34 ਏਕੜ ਜ਼ਮੀਨ ਕਿਸੇ ਦੀ ਮਤਲਬ ਕਿ ਉਹਦੇ 'ਚ ਐਕਵਾਇਰ ਕਰ ਲਈ ਇਹਨਾਂ ਨੇ, ਠੀਕ ਆ। ਤਾਂ ਉਹ ਮਤਲਬ ਹੁਣ 80 ਸਾਲਾਂ ਦੀ ਵੂਮਨ ਸੀਗੀ, ਠੀਕ ਆ, 80 ਈਅਰ ਵੂਮਨ ਸੀਗੀ। ਤਾਂ ਉਹਨੇ ਸੁਪਰੀਮ ਕੋਰਟ ਦੇ ਵਿੱਚ ਕਹਿਤਾ ਵੀ ਮਤਲਬ ਕਿ ਸਾਡਾ ਇਹ ਜਿਹੜੀ ਜ਼ਮੀਨ ਆ ਉਹ ਇਹਨਾਂ ਨੇ ਕਰ ਲਈ। ਤਾਂ ਹੁਣ ਸੁਪਰੀਮ ਕੋਰਟ ਦਾ ਜਿਹੜਾ ਮਤਲਬ ਕਿ ਮੋਟੇ ਤੌਰ 'ਤੇ ਫੈਸਲਾ ਆਇਆ, ਤਾਂ ਉਹਨੇ ਕਿਹਾ ਵੀ ਮਤਲਬ ਤੁਸੀਂ 1 ਕਰੋੜ ਹਿਮਾਚਲ ਪ੍ਰਦੇਸ਼ ਦੀ ਗਵਰਨਮੈਂਟ ਨੂੰ ਕਿਹਾ 1 ਕਰੋੜ ਰੁਪਈਆ ਤੁਸੀਂ ਮਤਲਬ ਕਿ ਉਹ ਵੂਮਨ ਨੂੰ ਦਿਓ ਮੁਆਵਜ਼ੇ ਦੇ ਤੌਰ 'ਤੇ, ਠੀਕ ਆ। ਤਾਂ ਇੱਕ ਆਉਂਦੀ ਹੈ ਗੱਲ ਰਾਈਟ ਟੂ ਓਨ ਪ੍ਰਾਈਵੇਟ ਪ੍ਰੋਪਰਟੀ, ਠੀਕ ਆ। ਮਤਲਬ ਪ੍ਰਾਈਵੇਟ ਪ੍ਰੋਪਰਟੀ ਦਾ ਉਹ ਕੀ ਸਾਡਾ ਹਿਊਮਨ ਰਾਈਟ ਆ। ਤਾਂ 2011 ਦੇ ਵਿੱਚ ਇੱਕ ਕੇਸ ਆਇਆ ਸੀ, 2011 ਦਾ ਕੇਸ ਆ, ਠੀਕ ਆ। ਵੈਸੇ ਤਾਂ ਹਰਿਆਣਾ ਸਟੇਟ ਦਾ, ਇਹ ਹਰਿਆਣਾ ਸਟੇਟ ਦਾ ਕਿਹਦੇ ਨਾਲ ਸੀਗਾ, ਇਹ ਮੁਕੇਸ਼ ਕੁਮਾਰ। ਤਾਂ ਮੁਕੇਸ਼ ਕੁਮਾਰ ਨਾਲ ਹਰਿਆਣਾ ਗਵਰਨਮੈਂਟ ਦਾ ਇੱਕ ਕੇਸ ਸੀਗਾ। ਤਾਂ ਇਹਦੇ 'ਚ ਸੁਪਰੀਮ ਕੋਰਟ ਨੇ ਕਿਹਾ ਸੀ ਵੀ ਮਤਲਬ ਜਿਹੜਾ ਆਪਣੀ ਪ੍ਰਾਈਵੇਟ ਪ੍ਰੋਪਰਟੀ ਆ, ਇਹ ਇੱਕ ਕੌਨਸਟੀਟਿਊਸ਼ਨਲ ਜਾਂ ਸਟੈਚੂਰੀ ਰਾਈਟ ਤੋਂ ਬਿਨਾਂ ਇੱਕ ਹਿਊਮਨ ਰਾਈਟ ਵੀ ਹੈਗਾ, ਠੀਕ ਆ। ਅਤੇ ਬਾਕੀ ਆਪਾਂ ਦੇਖਦੇ ਹਾਂ ਇਹ ਕੁਐਸਚਨ ਕੀ ਕਹਿੰਦਾ ਸੀ, ਆਪਣਾ ਲੀਗਲ ਰਾਈਟ ਬਾਰੇ ਪੁੱਛਿਆ ਸੀ ਇਹਨਾਂ ਨੇ। ਤਾਂ ਹੁਣ ਆਪਣੇ ਕਿਹੜੇ ਆਰਟੀਕਲ 'ਚ 300 ਏ ਦੇ ਵਿੱਚ ਆ, ਔਰ ਪਹਿਲਾਂ 31 ਦੇ ਵਿੱਚ ਸੀਗਾ। 3 ਉਹਨੇ ਕਿਹੜੀ ਅਮੈਂਡਮੈਂਟ ਨਾਲ ਹੋਇਆ ਸੀ। ਤੁਸੀਂ ਆ ਬਸ ਇੰਪੋਰਟੈਂਟ ਪੁਆਇੰਟ, ਤੁਹਾਡਾ ਕੁਐਸਚਨ ਦੀ ਡਿਟੇਲ ਤਾਂ ਇੱਥੇ ਪੂਰੀ ਹੋ ਜਾਂਦੀ ਹੈ। ਜੇ ਕੋਈ ਇਹਦੇ ਨਾਲ ਰਿਲੇਟਡ ਦਾ ਹੋਰ ਵੀ ਬਣਦਾ ਦੈਨ ਤੁਸੀਂ ਉਹਨੂੰ ਇੱਥੋਂ ਕਵਰ ਕਰਨ ਦੇ ਲਈ ਹੋ ਗਏ ਯੋਗ ਹੁਣ, ਠੀਕ ਆ। ਬਾਕੀ ਆਪਾਂ ਇਹਦੇ ਬਾਰੇ ਦੇਖੀਏ ਤਾਂ ਇੱਕ ਇਹਦੇ 'ਚ ਪਾਵਰ ਹੁੰਦੀ ਹੈ, ਆਰਟੀਕਲ ਹੁੰਦਾ 142। 142 ਇਹ ਵੈਸੇ ਤੁਹਾਨੂੰ ਮੈਂ ਜੁਡੀਸ਼ਰੀ ਵਾਲੇ 'ਚ ਦੱਸਣਾ ਭੁੱਲ ਗਿਆ। ਤਾਂ ਆਰਟੀਕਲ 142 ਔਰ ਇੱਕ ਆਰਟੀਕਲ 137। ਤਾਂ ਇਹ 2 ਆਰਟੀਕਲ ਨੇ, ਹੈ ਦੋਨੇ ਸੁਪਰੀਮ ਕੋਰਟ ਦੇ ਨੇ। ਤਾਂ ਜਿਹੜੀ ਤਾਂ 142 ਹੈ ਇਹਦੇ 'ਚ ਆਪਦੀ ਡਿਸਕ੍ਰਿਸ਼ਨਰੀ ਪਾਵਰ ਹੁੰਦੀ ਹੈ ਜਿਹੜੀ, ਉਹ ਯੂਜ਼ ਕਰਦੀ ਹੈ ਸੁਪਰੀਮ ਕੋਰਟ। ਮਤਲਬ ਜਦੋਂ ਇਹਨੇ ਕੋਈ ਮਤਲਬ ਖੁੱਲ੍ਹ ਕੇ ਕੋਈ ਪ੍ਰੋਪਰ ਫੈਸਲਾ ਕਰਨਾ ਜਾਂ ਕੋਈ ਲਿਮਿਟੇਸ਼ਨ ਆਉਂਦੀਆਂ ਨੇ, ਤਾਂ ਉਦੋਂ ਫਿਰ ਇਹ ਆਪਦੇ ਇਹ ਆਰਟੀਕਲ ਦਾ ਯੂਜ਼ ਕਰਦੀ ਆ, ਦੈਨ ਉਦੋਂ ਇਹਦਾ ਯੂਜ਼ ਕੀਤਾ ਜਾਂਦਾ। ਔਰ ਜਿਹੜਾ 136 ਨੰਬਰ ਆ, ਅਤੇ ਇਹਦੇ 'ਚ ਸਪੈਸ਼ਲ ਲਿਮਿਟੇਸ਼ਨ ਹੁੰਦੀ ਆ, ਠੀਕ ਆ। ਮਤਲਬ ਜਿਵੇਂ ਕੋਈ ਹੋਰ ਛੋਟੀਆਂ ਕੋਰਟਸ ਨੇ ਅਤੇ ਉਹਨਾਂ ਦੇ ਖਿਲਾਫ ਅਪੀਲਾਂ ਵਗੈਰਾ ਨੇ ਜਿਹੜੀਆਂ ਸੁਣਦੀ ਆ, ਤਾਂ ਉਹ ਇਹਦੇ ਅਕੋਰਡਿੰਗਲੀ ਸੁਣਦੀ ਆ। ਬਸ ਇੱਕ ਗੱਲ ਦਾ ਇੱਥੇ ਧਿਆਨ ਰੱਖਿਓ ਵੀ ਜਿਹੜਾ ਆਰਟੀਕਲ 136 ਆ, ਇਹ ਆਰਮਡ ਫੋਰਸ ਵਾਲੇ ਉਹਨਾਂ 'ਤੇ ਨਹੀਂ ਲੱਗਦਾ, ਠੀਕ ਆ। ਤਾਂ ਇਹ ਆਪਣਾ ਕੁਐਸਚਨ ਸੀਗਾ ਵੀ ਲੀਗਲ ਰਾਈਟ ਆ, ਰਾਈਟ ਟੂ ਪ੍ਰੋਪਰਟੀ 300 ਇਹ ਆਰਟੀਕਲ ਦੇ ਵਿੱਚ ਆ। ਤਾਂ ਇਹਦੇ 'ਚ ਕਦੋਂ ਰੱਖਿਆ, 44ਵੀਂ ਸੋਧ ਦੇ ਨਾਲ ਰੱਖਿਆ ਸੀ, 1978 ਦੇ ਵਿੱਚ ਰੱਖਿਆ। ਡਨ। ਅੱਗੇ ਦੇਖੋ, ਹੁਣ ਆਪਾਂ ਗੱਲ ਕਰੀਏ ਪੰਚਾਇਤੀ ਰਾਜ ਸਿਸਟਮ ਇਨ ਇੰਡੀਆ ਵਾਜ਼ ਲੇਡ ਡਾਊਨ ਅੰਡਰ ਦਾ। ਤਾਂ ਹੁਣ ਇਹਦੇ 'ਚੋਂ ਕੀ ਹੈ, ਫੰਡਾਮੈਂਟਲ ਰਾਈਟ ਮਤਲਬ ਇਹਦਾ ਹੈ ਉਹਨੇ, ਤਾਂ ਸਿੱਧਾ ਆਨਸਰ ਦੇਖੋ ਇੱਥੇ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ। ਤਾਂ ਇਹ ਆਪਣੇ ਸੰਵਿਧਾਨ ਦੇ ਪਾਰਟ ਕਿਹੜੇ 'ਚ ਆ, ਇਹ ਪਾਰਟ 4 ਦੇ ਵਿੱਚ ਆ, DPSP। ਆਰਟੀਕਲ ਕਿੰਨੇ ਦੇ ਨੇ ਇਹ, 37 ਤੋਂ ਲੈ ਕੇ 51 ਤੱਕ ਆ ਗਏ ਨੇ DPSP। ਤਾਂ ਮਤਲਬ ਇਹਦੇ 'ਚ ਕੀ ਆ, ਇਹਦੇ 'ਚ ਨਾ ਉਹ ਡਿਸਪਿਊਟਡ ਜੇ ਮਾਮਲੇ ਸਾਰੇ ਇਹਦੇ 'ਚ ਆ ਜਾਂਦੇ ਨੇ, ਵੀ ਮਤਲਬ ਕਿ ਜਿਨ੍ਹਾਂ ਨੂੰ ਲੈ ਕੇ ਕੇਂਦਰ ਤੇ ਰਾਜ ਸਰਕਾਰ ਦੇ ਵਿੱਚ ਮਤਲਬ ਮਸਲਾ ਝਗੜਾ ਹੋਣਾ ਹੋਵੇ, ਤਾਂ ਉਹ ਸਾਰੀਆਂ ਚੀਜ਼ਾਂ DPSP 'ਚ ਹੁੰਦੀਆਂ ਨੇ। ਜਿਵੇਂ ਕਿ ਆਪਾਂ ਇੱਥੇ DPSP ਦੇ ਬਾਰੇ ਗੱਲ ਕਰਦੇ ਹਾਂ, ਤਾਂ ਅੱਗੇ ਪੰਚਾਇਤਾਂ ਦੇ ਨਾਲ ਰਿਲੇਟਡ ਹੀ ਆ ਨਾ। ਤਾਂ ਪੰਚਾਇਤਾਂ ਨੂੰ ਲੈ ਕੇ ਹੀ ਆਪਣੇ, ਉਹ ਤਾਂ ਵੈਸੇ ਬਹੁਤ ਲੰਬਾ ਚੌੜਾ ਟੌਪਿਕ ਆ, ਮਤਲਬ ਇਹਦੇ 'ਤੇ ਵੀ ਆਪਾਂ ਨੂੰ ਘੰਟੇ ਦੀਆਂ 2-3 ਵੀਡੀਓ ਹੋ ਜਾਣੀਆਂ ਨੇ ਜੇ ਆਪਾਂ ਪੰਚਾਇਤੀ ਰਾਜ ਨੂੰ ਪੂਰਾ ਡਿਟੇਲ ਦੇ ਵਿੱਚ UPSC ਲੈਵਲ ਦਾ ਕਵਰ ਕਰਨਾ, ਤਾਂ ਇੰਨਾ ਕੁਛ ਇਹਦੇ 'ਚ ਪੜ੍ਹਨ ਦੇ ਲਈ। ਪਰ ਆਪਾਂ ਇਹਦੇ ਮੋਟੇ ਤੌਰ 'ਤੇ ਕੁਐਸਚਨ ਦੇ ਅਕੋਰਡਿੰਗਲੀ ਦੇਖ ਲੈਂਦੇ ਹਾਂ। ਤਾਂ ਜਿਹੜਾ DPSP ਆ, ਤਾਂ ਇਹਦੇ ਵਿੱਚ ਜਦੋਂ ਸੰਵਿਧਾਨ ਆਪਣਾ ਬਣ ਰਿਹਾ ਸੀ, ਇੱਕ ਪਾਸੇ ਸੀ ਆਪਣੇ ਗਾਂਧੀ ਜੀ, ਦੂਸਰੇ ਪਾਸੇ ਸੀ ਅੰਬੇਦਕਰ। ਤਾਂ ਪੰਚਾਇਤ ਨੂੰ ਲੈ ਕੇ ਦੋਨਾਂ ਦੇ ਵਿਚਾਲੇ ਮਤਭੇਦ ਹੋ ਗਿਆ, ਤਾਂ ਉਹਨਾਂ ਨੇ ਫਿਰ ਇਹਦੇ ਆਰਟੀਕਲ DPSP ਦੇ ਆਰਟੀਕਲ ਨੰਬਰ 40 ਦੇ ਵਿੱਚ ਰੱਖਤਾ, ਠੀਕ ਆ। ਆਰਟੀਕਲ 40 ਦੇ ਵਿੱਚ ਰੱਖਦਾ ਵੀ ਮਤਲਬ ਜਿਹੜੇ ਕਿਸੇ ਸਟੇਟ ਨੂੰ ਚਾਹੀਦਾ ਹੋਇਆ ਤਾਂ ਉਹ ਮਤਲਬ ਇੱਥੋਂ ਇਹਨੂੰ ਬਣਾ ਸਕਦੀ ਆ, ਮਤਲਬ ਬਾਕੀਆਂ ਦੇ ਲਈ ਇਹ ਕੰਪਲਸਰੀ ਨਹੀਂ ਹੈਗਾ, ਠੀਕ ਆ। ਤਾਂ ਜਿਹੜੀ ਸਟੇਟ ਨੂੰ ਚਾਹੀਦਾ ਉਹ ਕੀ ਕਰ ਸਕਦੀ ਆ, ਆਪਣੇ ਪੰਚਾਇਤ ਬਣਾ ਸਕਦੀ ਆ। ਡਨ। ਤਾਂ ਕਰਕੇ ਵੀ ਜਿਹੜਾ DPSP ਵਾਲੇ ਹੁੰਦੇ ਨੇ, ਇਹ ਮਤਲਬ ਕਿ ਜਸਟਿਸੇਬਲ ਦਾ ਮਤਲਬ ਬਾਊਂਡਡ ਨਹੀਂ ਹੁੰਦੇ ਕਿਸੇ 'ਤੇ, ਮਤਲਬ ਜਿਹਨੇ ਮੰਨਣਾ ਮੰਨ ਵੀ ਸਕਦਾ, ਨਹੀਂ ਮੰਨਣਾ ਨਹੀਂ ਵੀ ਮੰਨ ਸਕਦਾ। ਇੱਥੋਂ ਤੱਕ ਤਾਂ ਤੁਹਾਨੂੰ ਇਹ ਤਾਂ ਕਲੀਅਰ ਹੋਊਗਾ। ਬਾਕੀ ਹੁਣ ਦੇਖੋ, ਜਿਹੜਾ ਆਪਣੇ ਪੰਚਾਇਤੀ ਰਾਜ ਸਿਸਟਮ ਹੈ, ਇਹ ਨਹੀਂ ਹੈਗਾ ਵੀ ਹੁਣੀ ਤੋਂ ਚੱਲਿਆ ਹੁੰਦਾ, ਮਤਲਬ ਇਹ ਤਾਂ ਆਪਣੇ ਬਹੁਤ ਮਤਲਬ ਮਹਾਭਾਰਤ ਟਾਈਮ ਤੋਂ ਜਾਂ ਐਂਸੀਅੰਟ ਟਾਈਮ ਤੋਂ, ਉਹਨਾਂ ਦੇ ਸਮਿਆਂ ਤੋਂ ਹੀ ਚੱਲਿਆ ਹੁੰਦਾ, ਬਸ ਨਾਮ ਚੇਂਜ ਹੋਈ ਗਏ ਇਹਨਾਂ ਦੇ। ਤਾਂ ਉਹ ਕਦੇ ਜਿੱਦੇ ਆਪਾਂ ਕੀਤਾ ਹਿਸਟਰੀ ਦੀ ਕਲਾਸ ਦੇ ਵਿੱਚ ਥੋੜ੍ਹਾ ਬਹੁਤਾ ਕਰ ਲਾਂਗੇ, ਜਾਂ ਫਿਰ ਜਦੋਂ ਆਪਾਂ ਪੰਚਾਇਤੀ ਰਾਜ ਕਿਤੇ ਸ਼ੁਰੂ ਕੀਤਾ ਤਾਂ ਉਦੋਂ ਆਪਾਂ ਇਹਦੇ 'ਚ ਕਵਰ ਕਰ ਲਾਂਗੇ, ਠੀਕ ਆ। ਤਾਂ ਹੁਣ ਆਪਾਂ ਦੇਖਦੇ ਹਾਂ ਵੀ ਆਪਣੇ ਇੱਕ 73ਵੀਂ ਸੋਧ ਹੁੰਦੀਆਂ ਦੋਨੇ 92 ਜੀ ਨੇ, ਅਤੇ ਇੱਕ 74ਵੀਂ ਹੁੰਦੀ ਆ, ਠੀਕ ਆ। ਅਤੇ ਜਿਹੜੀ ਆਹ ਵਾਲੀ ਆ, ਇਹ ਸੀਗੀ ਆਪਣੀ ਪੰਚਾਇਤਾਂ ਲਈ, ਪੰਚਾਇਤਾਂ ਨੂੰ ਮਤਲਬ ਕਿ ਸੰਵਿਧਾਨਕ ਅਧਿਕਾਰ ਦਿਵਾਉਣ ਦੇ ਲਈ। ਅਤੇ ਆਹ ਆਪਣੀ ਕਿਹੜੀ ਸੀ, ਮਿਊਨਸਪਲ ਨਹੀਂ ਹੁੰਦੀ ਸ਼ਹਿਰਾਂ 'ਚ, ਠੀਕ ਆ, ਉਹਨਾਂ ਦੇ ਲਈ ਆ। ਆਹ ਆਪਣੀ ਪੰਚਾਇਤਾਂ ਦੇ ਲਈ ਆ। ਡਨ।
ਤਾਂ ਆਪਣੇ ਇਹਦਾ ਲੋਕਲ ਗਵਰਨਮੈਂਟ ਦਾ ਫਾਦਰ ਲਾਰਡ ਰਿਪਨ ਆ, ਕਿਉਂਕਿ ਉਹਨਾਂ ਨੇ ਮਾਇਓ ਵਾਲੇ ਇੱਕ ਲਾਰਡ ਮਾਇਓ ਨੇ ਪਹਿਲਾਂ ਇੱਕ ਆਪਣਾ ਰੈਜੂਲੇਸ਼ਨ ਪਾਸ ਕਰਿਆ ਸੀ ਅਤੇ ਉਹਨਾਂ ਨੇ ਰਿਕੋਗਨਾਈਜ਼ ਕੀਤਾ ਸੀ। ਦੈਨ ਇਹ ਤੋਂ ਬਾਅਦ ਫਿਰ ਲਾਰਡ ਰਿਪਨ ਨੇ ਆ ਕੇ ਉਹਦੇ 'ਤੇ ਕੰਮ ਕੀਤਾ। ਤਾਂ ਵੈਸੇ ਉਹ ਅੰਗਰੇਜ਼ਾਂ ਦੇ ਸਮੇਂ 'ਤੇ ਨਹੀਂ, ਜੋ ਓਵਰਆਲ ਦੇਖਿਆ ਜਾਵੇ ਤਾਂ ਉਦੋਂ ਮਤਲਬ ਕਿ ਵੀਕ ਹੋ ਗਈ ਸੀ। ਫਿਰ ਇਹ ਤੋਂ ਬਾਅਦ 'ਚ ਇਹ ਜਦੋਂ ਅਮੈਂਡਮੈਂਟ ਹੁੰਦੀਆਂ ਨੇ, ਇਹ ਤਾਂ ਆਪਣੇ ਸਮੇਂ ਦੇਸ਼ ਆਜ਼ਾਦ ਹੋਣ ਤੋਂ ਬਾਅਦ ਦੀ ਗੱਲ ਆ। ਤਾਂ ਫਿਰ ਉਦੋਂ ਆਪਣੇ ਇਹਨਾਂ ਦੇ ਵਿੱਚ ਸੰਵਿਧਾਨਕ ਜਿਹੜਾ ਇਹਨਾਂ ਨੂੰ ਦਰਜਾ ਦਿਵਾਉਣ ਦੇ ਲਈ। ਜੇ ਹੁਣ ਆਪਾਂ ਇਹਦੀ ਗੱਲ ਕਰੀਏ ਵੀ ਕਮੇਟੀਆਂ ਦੀ, ਤਾਂ ਕਮੇਟੀਆਂ ਨੂੰ ਯਾਦ ਕਰਨ ਦੇ ਲਈ ਤੁਸੀਂ ਇੱਕ ਟ੍ਰਿਕ ਯਾਦ ਰੱਖੋ, ਬੈਗਸ। ਠੀਕ ਆ, ਆਹ ਕਮੇਟੀਆਂ ਸੀ ਬਲਵੰਤ ਰਾਏ ਮਹਿਤਾ ਕਮੇਟੀ, ਅਸ਼ੋਕ ਮਹਿਤਾ ਕਮੇਟੀ। ਠੀਕ ਆ, ਤਾਂ ਬੀ 'ਤੇ ਆਪਣੀ ਕਿਹੜੀ ਆ ਬਲਵੰਤ ਰਾਏ ਮਹਿਤਾ ਕਮੇਟੀ। ਠੀਕ ਆ, ਤਾਂ ਇਹ ਆਪਣੀ ਕਿੰਨੇ 'ਚ ਆਉਂਦੀ ਆ, 1957 ਦੇ ਵਿੱਚ ਆਉਂਦੀ ਆ। ਠੀਕ ਆ, ਤਾਂ ਇਹ ਕੁਐਸਚਨ ਤਾਂ ਆ ਵੀ ਗਿਆ 2016 ਦੇ UPSC ਦੇ ਵਿੱਚ। ਬਲਵੰਤ ਰਾਏ ਮਹਿਤਾ ਕਮੇਟੀ ਦੀਆਂ ਰਿਕਮੈਂਡੇਸ਼ਨ ਨੇ ਜਿਹੜੀਆਂ ਉਹ ਪੁੱਛ ਲਈਆਂ ਸੀਗੀਆਂ ਉਹਨਾਂ ਨੇ। ਤਾਂ ਇਹਨੇ ਸਿਫਾਰਸ਼ਾਂ ਕੀ ਕੀਤੀਆਂ ਸੀ, ਇਹ ਮਤਲਬ ਪੰਚਾਇਤੀ ਰਾਜ ਹੋਣਾ ਚਾਹੀਦਾ ਅਤੇ 3 ਟਾਇਰ ਸਿਸਟਮ ਕਿਹਾ ਸੀ ਇਹਨਾਂ ਨੇ। ਬਸ ਮੋਟੇ ਤੌਰ 'ਤੇ ਦੇਖੋ ਵੀ ਇਹਨਾਂ ਨੇ 3 ਟਾਇਰ ਸਿਸਟਮ ਜਿਹੜਾ ਕਿਹਾ ਸੀ। ਠੀਕ ਆ, ਤਾਂ ਸਭ ਤੋਂ ਪਹਿਲਾਂ ਜਿਹੜੀ ਪੰਚਾਇਤੀ ਰਾਜ ਉਹ ਸ਼ੁਰੂ ਕਿਹਨੇ ਕੀਤੀ ਆ, ਆਪਣੇ ਰਾਜਸਥਾਨ ਨੇ। ਰਾਜਸਥਾਨ ਦੇ ਵੀ ਕਿਹੜੇ ਜ਼ਿਲ੍ਹੇ ਨੇ, ਨਾਗੌਰ ਜ਼ਿਲ੍ਹੇ ਨੇ। ਅਤੇ ਕਦੋਂ ਕੀਤੀ ਸੀ, 2 ਅਕਤੂਬਰ 1959 ਦੇ ਵਿੱਚ। ਸਭ ਤੋਂ ਪਹਿਲਾਂ ਸ਼ੁਰੂ ਕੀਤੀ ਗਈ ਸੀ ਰਾਜਸਥਾਨ ਦੇ ਕਿਹੜੇ ਜ਼ਿਲ੍ਹੇ ਦੇ ਵਿੱਚ, ਨਾਗੌਰ ਡਿਸਟ੍ਰਿਕਟ ਦੇ ਵਿੱਚ। ਕਦੋਂ, 2 ਅਕਤੂਬਰ 1959 ਨੂੰ। ਡਨ। ਫਿਰ ਇਹ ਤੋਂ ਬਾਅਦ ਆਂਧਰਾ ਪ੍ਰਦੇਸ਼ ਨੇ ਕਰਤੀ ਸੀ 59 ਜੀ, ਫਿਰ ਇਹ ਤੋਂ ਬਾਅਦ ਅਸਾਮ ਨੇ ਵੀ ਕਰਤੀ ਸੀ, ਫਿਰ ਤਮਿਲਨਾਡੂ ਨੇ, ਫਿਰ ਕਰਨਾਟਕ ਨੇ। ਮਤਲਬ ਇਹ ਲਗਾਤਾਰ 2 ਦਿਨ ਨੇ ਜਿਹੜੇ ਤੁਸੀਂ ਯਾਦ ਰੱਖਣੇ ਆ। ਬਸ ਇੱਥੋਂ ਰਾਜਸਥਾਨ ਦੇਖ ਲਓ ਵੀ ਸਭ ਤੋਂ ਪਹਿਲਾਂ 2 ਅਕਤੂਬਰ 1959 ਨੂੰ ਕੀਤਾ ਗਿਆ ਸੀ, ਔਰ 2 ਅਕਤੂਬਰ ਨੂੰ ਆਪਣੇ ਮਹਾਤਮਾ ਗਾਂਧੀ ਜਯੰਤੀ ਵੀ ਮਨਾਈ ਜਾਂਦੀ ਆ। ਡਨ। ਅਤੇ ਬਲਵੰਤ ਰਾਏ ਨੂੰ ਇਹ ਕੀ ਕਿਹਾ ਜਾਂਦਾ, ਮਤਲਬ ਕਿ ਆਰਕੀਟੈਕਚਰ ਆਫ ਪੰਚਾਇਤ। ਤਾਂ ਇਹ ਤੋਂ ਬਾਅਦ ਦੇਖੋ, ਇਹ ਤੋਂ ਬਾਅਦ ਆਉਂਦੀ ਆ ਆਪਣੇ ਕੋਲ A 'ਤੇ ਅਸ਼ੋਕ ਮਹਿਤਾ। ਠੀਕ ਆ, ਅਸ਼ੋਕ ਮਹਿਤਾ ਕਮੇਟੀ। ਇਹ ਪੂਰੇ 20 ਸਾਲ ਬਾਅਦ ਆਉਂਦੀ ਹੈ, ਤਾਂ 1977 ਦੇ ਵਿੱਚ ਆਉਂਦੀ ਆ। ਤਾਂ ਇਹਨੇ ਕਹਿਤਾ ਸੀਗਾ ਵੀ ਮਤਲਬ ਇਹਦੀ ਆਪਣੇ 2 ਟਾਇਰ ਸਿਸਟਮ ਹੀ ਹੋਣਾ ਚਾਹੀਦਾ। ਤਾਂ ਮਤਲਬ ਇਹਨਾਂ ਨੇ 2 ਟਾਇਰ ਸਿਸਟਮ ਕਿਹਾ ਸੀਗਾ। ਅਤੇ ਉਹ ਕਿਹੜੇ ਕਹੇ ਸੀ, ਇੱਕ ਤਾਂ ਇਹਨਾਂ ਨੇ ਜ਼ਿਲ੍ਹਾ ਪੰਚਾਇਤ ਕਹੀ ਸੀ, ਦੂਜੀ ਇਹਨਾਂ ਨੇ ਮੰਡਲ ਪੰਚਾਇਤ ਕਹੀ ਸੀ। ਠੀਕ ਆ, ਤਾਂ ਮਤਲਬ ਮੰਡਲ ਪੰਚਾਇਤ ਦੇ ਵਿੱਚ ਕੀ ਸੀਗਾ, ਗ੍ਰਾਮ ਅਤੇ ਬਲਾਕ ਦੋਨੇ ਮਰਜ ਕਰਕੇ ਕਹੇ ਸੀ ਇਹਨਾਂ ਨੇ। ਪਰ ਇਹਦੀਆਂ ਜਿਹੜੀਆਂ ਰਿਕਮੈਂਡੇਸ਼ਨ ਸੀਗੀਆਂ ਉਹ ਐਕਸੈਪਟ ਨਹੀਂ ਕੀਤੀਆਂ ਗਈਆਂ। ਅਤੇ ਫਿਰ ਜੇ ਆਪਾਂ ਤੀਜੇ ਦੀ ਗੱਲ ਕਰੀਏ G 'ਤੇ, ਤਾਂ G 'ਤੇ ਆਪਣੇ ਕਿਹੜੇ ਸੀਗੇ, GBK ਰਾਓ। ਇਹ ਕਮੇਟੀ ਕਦੋਂ ਬਣਦੀ ਹੈ ਸਾਡੀ, 1985 ਦੇ ਵਿੱਚ ਬਣਦੀ ਆ। ਤਾਂ ਇਹਨਾਂ ਨੇ ਕਿਹਾ ਵੀ 4 ਟਾਇਰ ਸਿਸਟਮ ਹੋਣਾ ਚਾਹੀਦਾ। ਦੇਖੋ ਪਹਿਲਾਂ ਬਲਵੰਤ ਰਾਏ ਆਉਂਦੀ ਆ, ਉਹਨਾਂ ਨੇ 3 ਵਾਰੀ ਕਿਹਾ ਸੀ, ਮਤਲਬ ਕਿ ਆਪਣਾ 3 ਟਾਇਰ ਸਿਸਟਮ ਹੋਣਾ ਚਾਹੀਦਾ। ਠੀਕ ਆ, ਅਤੇ ਜਿਹੜਾ ਇਹਦੋਂ ਅਸ਼ੋਕ ਮਹਿਤਾ ਕਮੇਟੀ ਆਉਂਦੀ ਆ, ਅਤੇ ਉਹ ਕਹਿੰਦੇ ਸੀ ਵੀ 2 ਟਾਇਰ ਸਿਸਟਮ ਹੀ ਹੋਣਾ ਚਾਹੀਦਾ। ਉਹਨਾਂ ਨੇ ਮਤਲਬ ਕਿ ਗ੍ਰਾਮ ਅਤੇ ਬਲਾਕ ਦੋਨੇ ਮਰਜ ਕਰਤੇ ਸੀ। ਅਤੇ ਜਿਹੜੀ ਅਸ਼ੋਕ ਮਹਿਤਾ ਵਾਲੀ ਕਮੇਟੀ ਆ ਉਹ ਤਾਂ ਆਪਣੇ ਮਤਲਬ ਮੰਨੀ ਨਹੀਂ ਗਈ। ਫਿਰ ਜਿਹੜੀ GBK ਰਾਓ ਕਮੇਟੀ 1985 ਦੀ ਆ, ਤਾਂ ਉਹਨਾਂ ਨੇ ਕਿਹਾ ਸੀ ਆਪਣੇ 4 ਟਾਇਰ ਸਿਸਟਮ ਹੋਣਾ ਚਾਹੀਦਾ। ਮੇਨ 3 ਪੁਰਾਣੀਆਂ, ਇਹਨਾਂ ਨੇ ਨਵੀਂ ਕਹਿਤੀ ਸੀ ਵੀ ਮਤਲਬ ਕਿ ਰਾਜ ਵਿਕਾਸ ਆਪਣੀ ਜਿਹੜੀ ਸੰਸਥਾਨ ਆ ਉਹ ਹੋਣੇ ਚਾਹੀਦੇ ਆ। ਠੀਕ ਆ, ਬਾਕੀ ਇਹਨਾਂ ਨੇ ਰਿਜ਼ਰਵੇਸ਼ਨ ਦੀ ਗੱਲ ਕਰ ਲਈ ਸੀ, SC ST ਦੀ ਅਕੋਰਡਿੰਗ ਟੂ ਦੇਅਰ ਪਾਪੂਲੇਸ਼ਨ। ਤਾਂ GBK ਰਾਓ ਦੀ ਕਲੀਅਰ ਆ ਤੁਹਾਨੂੰ। ਵੈਸੇ ਰਿਕਮੈਂਡੇਸ਼ਨ ਨੇ ਜਿਹੜੀਆਂ ਮੋਟੇ ਤੌਰ 'ਤੇ ਸੁਣ ਲਓ ਤੁਸੀਂ। ਤਾਂ ਮਤਲਬ ਕਿ ਆਪਣੇ ਇਹ ਐਗਜ਼ਾਮਸ ਦੇ ਵਿੱਚ ਤਾਂ ਕਦੇ ਰਿਕਮੈਂਡੇਸ਼ਨ ਜਿਹੜੀਆਂ ਪ੍ਰੋਪਰ ਨਹੀਂ ਆ ਨਹੀਂ ਸਕਦੀਆਂ। ਤਾਂ ਤੁਹਾਨੂੰ ਕਮੇਟੀਆਂ ਬਾਰੇ ਆ ਸਕਦਾ, ਜਾਂ 3 ਕਮੇਟੀਆਂ 4 ਕਮੇਟੀਆਂ ਹੋਰ ਦੇ ਕੇ ਉਹਨਾਂ ਦੇ ਵਿੱਚੋਂ ਕਮੇਟੀ ਆ ਜਿਹੜੀ ਉਹ ਪੁੱਛੀ ਜਾ ਸਕਦੀ ਹੈ ਵੀ ਕਿਹੜੀ ਹੈਗੀ ਆ ਜਾਂ ਨਹੀਂ ਹੈਗੀ। ਜਾਂ ਕਮੇਟੀ ਪੁੱਛੀ ਜਾ ਸਕਦੀ ਆ ਵੀ ਕਿਹੜੀ ਕਮੇਟੀ ਕਿੰਨੇ ਚਾਹੀਦੀ ਆ। ਠੀਕ ਆ, ਇਹ ਤੋਂ ਬਾਅਦ ਮਤਲਬ ਕਿ ਇਹ ਨਹੀਂ ਆ ਸਕਦਾ ਵੀ ਤੁਸੀਂ ਇਹਦੇ 'ਚੋਂ ਜਿਹੜੀਆਂ ਉਹਨਾਂ ਦੀਆਂ ਰਿਕਮੈਂਡੇਸ਼ਨ ਨੇ ਉਹ ਪ੍ਰੋਪਰ ਤੁਸੀਂ ਉਹਨਾਂ ਨੂੰ ਚੂਜ਼ ਕਰੋ। ਮਤਲਬ ਇਹ ਐਗਜ਼ਾਮ ਦੇ ਲਈ ਆਪਣੇ ਨਹੀਂ ਹੈਗਾ, ਤਾਂ ਕਰਕੇ ਆਪਾਂ ਇੰਨਾ ਡਿਟੇਲ 'ਚ ਨਹੀਂ ਜਾ ਰਹੇ ਇਹਨਾਂ ਦੇ ਲਈ। ਤਾਂ ਇੱਕ ਇਹ ਤੋਂ ਬਾਅਦ ਆਉਂਦੀ ਆ ਆਪਣੇ ਕੋਲੇ LM, ਮਤਲਬ S ਦੇ ਆ ਵੈਸੇ ਤਾਂ, ਇਹਦਾ ਨਾਮ LM ਸਿੰਘਵੀ ਕਮੇਟੀ ਆ। ਤਾਂ ਇਸ ਕਰਕੇ ਆਪਾਂ ਇਹਨੂੰ ਯਾਦ ਕਰ ਲੈਂਦੇ ਇਹਦੇ ਨਾਲ, LM ਸਿੰਘਵੀ ਕਮੇਟੀ। ਇਹ ਦੋ ਅਗਲੇ ਸਾਲ ਹੀ ਆ ਗਈ ਸੀ, 1986 ਦੇ ਵਿੱਚ ਆ ਗਈ ਸੀ, 85 ਦੇ ਵਿੱਚ ਆ। ਕਲੀਅਰ ਆ। ਤਾਂ ਇਹਨਾਂ ਨੇ ਕਿਹਾ ਸੀਗਾ ਮਤਲਬ ਕਿ LM ਦਾ ਮਤਲਬ ਨਾਮ ਸੀਗਾ ਲక్ష్ਮੀ ਮੱਲ। ਤਾਂ ਇਹਨਾਂ ਨੇ ਕੌਨਸਟੀਟਿਊਸ਼ਨਲ ਰਾਈਟ ਫਾਰ ਲੋਕਲ ਗਵਰਨਮੈਂਟ, ਤਾਂ ਇਹਨਾਂ ਨੇ ਮਤਲਬ ਕਿ ਕਿਹਾ ਸੀਗਾ ਆਪਣੇ। ਫਿਰ ਇਹ ਤੋਂ ਬਾਅਦ 'ਚ ਆਪਣੇ 73ਵਾਂ ਅਤੇ 74ਵਾਂ ਐਕਟ ਆਉਂਦੇ ਆ ਜਿਹੜੇ ਕੌਨਸਟੀਟਿਊਸ਼ਨਲ ਆਉਂਦੇ ਆ। ਤਾਂ ਇਹਨਾਂ ਨੇ SC ਤੇ ST ਨੂੰ ਰਿਜ਼ਰਵੇਸ਼ਨ ਦਵਾਈ ਅਤੇ 33% ਵੂਮਨ ਨੂੰ ਵੀ ਦਵਾਈ। ਠੀਕ ਆ, ਤਾਂ ਹੁਣ ਆਪਣੇ ਕਰੰਟਲੀ ਕਿੰਨੀ ਆ, 33% ਵੂਮਨ ਦੇ ਲਈ ਹੈਗੀ ਆ। ਪਰ ਮਤਲਬ ਸਟੇਟ ਜੇ ਕੋਈ ਚਾਹੇ ਤਾਂ ਉਹ 50% ਤੱਕ ਰਿਜ਼ਰਵੇਸ਼ਨ ਹੈ ਜਿਹੜੀ ਉਹ ਵੂਮਨ ਨੂੰ ਦੇ ਸਕਦੇ ਆ। ਬਈ ਇੱਕ ਇਸੇ ਕਮੇਟੀ ਨੂੰ ਜੇ ਆਪਾਂ LM ਸਿੰਘਵੀ ਦੀ ਕਮੇਟੀ ਗੱਲ ਕਰਦੇ ਹਾਂ, ਤਾਂ PK ਥੁੰਗਣ ਕਮੇਟੀ ਸੀ, ਉਹਨੇ ਵੀ ਮਤਲਬ 1988 'ਚ ਆਉਂਦੀ ਇਸ ਤੋਂ ਬਾਅਦ, ਤਾਂ ਉਹਨੇ ਵੀ ਇਹਦੀ ਸਪੋਰਟ ਕੀਤੀ ਸੀ। ਕਿਹੜੀ ਕਮੇਟੀ ਦੀ, LM ਸਿੰਘਵੀ ਕਮੇਟੀ ਦੀ। ਕਲੀਅਰ ਆ। ਤਾਂ ਹੁਣ ਜੇ ਆਪਾਂ ਗੱਲ ਕਰੀਏ ਵੀ ਇਸ ਤੋਂ ਬਾਅਦ ਇਹਨਾਂ ਦੀਆਂ 2 ਅਮੈਂਡਮੈਂਟ ਹੋਈਆਂ ਸੀ, ਇੱਕ 73ਵੀਂ 1992 ਅਤੇ ਦੂਸਰੀ ਆਪਣੀ 76ਵੀਂ। ਤਾਂ ਹੁਣ ਇਹਨਾਂ ਦੇ ਨਾਲ ਕੀ ਕੀਤਾ ਗਿਆ, ਤਾਂ ਤੁਸੀਂ ਇਹਨੂੰ ਨੋਟ ਕਰ ਲਓ। ਦੇਖੋ ਇੱਥੇ ਤਾਂ ਆਪਣੀ ਹੈਗੀ ਆ 73ਵੀਂ ਅਮੈਂਡਮੈਂਟ। ਠੀਕ ਆ, ਤਾਂ ਪਹਿਲਾਂ ਇਹਦੇ ਬਾਰੇ ਲਿਖ ਲਓ। ਇਹਦੇ ਨਾਲ ਐਡ ਕੀਤਾ ਪਾਰਟ 9। ਠੀਕ ਆ, ਤਾਂ ਇਹਦੇ 'ਚ ਕਿਹੜੀ ਸੀ ਆਪਣੇ ਕੋਲ, ਰੂਰਲ, ਮਤਲਬ ਕਿ ਲੋਕਲ, ਮਤਲਬ ਪਿੰਡਾਂ ਵਾਲੀ ਹੋ ਗਈ।
ਤਾਂ ਇਹਦੇ 'ਚ ਆਰਟੀਕਲ ਕਿਹੜੇ ਕਿਹੜੇ ਨੇ ਸਾਡੇ ਕੋਲ? ਆਰਟੀਕਲ ਨੇ 243 ਤੋਂ ਲੈ ਕੇ 243 O ਤੱਕ, ਜਾਣੀ ਕਿ ਟੋਟਲ ਕਿੰਨੇ ਹੋ ਗਏ? ਇਹ 16 ਆਰਟੀਕਲ ਹੋ ਗਏ। ਅਤੇ ਇਸ ਤੋਂ ਬਾਅਦ ਐਡ ਕੀਤਾ ਗਿਆ, ਇਹਦਾ ਨਹੀਂ ਵੀ ਇਕੱਲੇ ਪਾਰਟ ਐਡ ਕਰਕੇ ਸਰ ਜੂਗਾ, ਤਾਂ ਫਿਰ ਇਹਨਾਂ ਨੇ ਸ਼ਡਿਊਲ ਵੀ ਕਰੇ। ਸ਼ਡਿਊਲ ਕਿਹੜਾ ਕਰਿਆ? 11ਵਾਂ ਕਰਿਆ। ਇਹਦੇ 'ਚ ਸ਼ਡਿਊਲ ਦੇ ਵਿੱਚ ਕੀ ਹੈ ਇਹਨਾਂ ਦੀਆਂ? ਪਾਵਰ। ਤਾਂ ਪਾਵਰ ਕਾਹਦੇ 'ਚ ਨੇ? ਸ਼ਡਿਊਲ 'ਚ ਨੇ। ਤਾਂ 29 ਸਬਜੈਕਟ, ਕਿੰਨੇ ਸਬਜੈਕਟ ਸੀਗੇ? 29 ਸਬਜੈਕਟ। ਕਿਹੜੇ 'ਚ ਨੇ? ਆਰਟੀਕਲ 243 W। ਠੀਕ ਆ। ਅਤੇ ਇੰਪਲੀਮੈਂਟ ਕਦੋਂ ਹੁੰਦੇ ਆ ਇਹ? ਇੰਪਲੀਮੈਂਟ ਦੀ ਗੱਲ ਕਰੀਏ ਤਾਂ 24 ਅਪ੍ਰੈਲ 1993। ਦੇਖੋ 92 ਦੇ ਵਿੱਚ ਸੀਗਾ ਆਪਣੇ ਅਮੈਂਡਮੈਂਟ ਸੀਗੀਆਂ, ਅਤੇ ਇਹ ਲਾਗੂ ਕਦੋਂ ਹੁੰਦੇ ਆ? 24 ਅਪ੍ਰੈਲ 1993। ਤਾਂ ਜਿਹੜਾ ਆਹ 24 ਅਪ੍ਰੈਲ ਆ, ਇਸੇ ਨੂੰ ਆਹ ਇੱਥੋਂ ਨੋਟ ਕਰ ਲੈਣਾ, ਜਿਹੜਾ 24 ਅਪ੍ਰੈਲ ਆ ਨਾ, ਇਸੇ ਨੂੰ ਅਸੀਂ ਮਨਾਉਂਦੇ ਹਾਂ, ਠੀਕ ਆ, ਆਪਾਂ ਇਸੇ ਨੂੰ ਮਨਾਉਂਦੇ ਹਾਂ ਪੰਚਾਇਤ ਦਿਵਸ ਦੇ ਰੂਪ 'ਚ। ਠੀਕ ਆ, ਆਹ 24 ਅਪ੍ਰੈਲ ਨੂੰ ਇਹ ਲਾਗੂ ਕੀਤੀ ਗਈਆਂ ਸੀ ਨਾ ਆਪਣੀ, ਤਾਂ ਕਰਕੇ ਅਸੀਂ ਇਹਨੂੰ ਕੀ ਮਨਾਉਂਦੇ ਹਾਂ? ਪੰਚਾਇਤ ਦਿਵਸ ਦੇ ਰੂਪ ਵਿੱਚ ਮਨਾਉਂਦੇ ਹਾਂ। ਆਹ ਤਾਂ ਤੁਹਾਡਾ ਸੀਗਾ 73ਵੀਂ ਅਮੈਂਡਮੈਂਟ ਦੇ ਬਾਰੇ। ਤਾਂ ਹੁਣ ਤੁਸੀਂ 74ਵੀਂ ਅਮੈਂਡ ਬਾਰੇ ਮੇਨ ਪੁਆਇੰਟ ਨੇ ਜਿਹੜੇ 74th ਬਾਰੇ, ਇਹਦੇ ਬਾਰੇ ਵੀ ਦੇਖ ਲਓ। ਤਾਂ ਇਹਦੇ ਨਾਲ ਵੀ ਪਾਰਟ ਐਡ ਕੀਤਾ ਗਿਆ, ਉਹ 'ਚ 9 ਕਰਤਾ ਸੀ, ਇਹ 'ਚ 9A ਐਡ ਕਰਤਾ। ਅਤੇ ਇਹ ਕਾਹਦੇ ਲਈ ਸੀਗਾ? ਇਹ ਅਰਬਨ ਲਈ ਸੀਗਾ, ਮਤਲਬ ਕਿ ਸ਼ਹਿਰਾਂ ਦੇ ਲਈ ਆ, ਉਹ ਪਿੰਡਾਂ ਦੇ ਲਈ ਸੀ। ਇਹ ਅਰਬਨ ਲੋਕਲ ਦੇ ਲਈ ਸੀ। ਅਤੇ ਇਹਦੇ ਨਾਲ ਆਰਟੀਕਲ 243 O 'ਤੇ ਖ਼ਤਮ ਸੀ। ਤਾਂ ਇਹ P ਤੋਂ ਸ਼ੁਰੂ ਹੋ ਕੇ Z ਤੱਕ ਗਏ, Z ਤੋਂ ਬਾਅਦ ZABCDMA, ਫਿਰ ਦੁਬਾਰੇ G ਤੱਕ ਗਏ। ਤਾਂ ਯਾਨੀ ਕਿ ਇਹਦੇ 'ਚ ਆਰਟੀਕਲ ਕਿੰਨੇ ਹੋ ਗਏ ਆਪਣੇ? 18 ਹੋ ਗਏ। ਕਲੀਅਰ ਆ। ਤਾਂ ਇਹਦੇ ਨਾਲ ਵੀ ਐਡ ਕੀਤਾ ਗਿਆ ਸੀਗਾ ਸ਼ਡਿਊਲ, ਐਡ ਕੀਤਾ ਇਹਦੇ ਨਾਲ ਸ਼ਡਿਊਲ ਐਡ ਕੀਤਾ 12ਵਾਂ। ਇਹਦੇ 'ਚ ਵੀ ਇਹਨਾਂ ਦੀਆਂ ਪਾਵਰ ਨੇ। ਇਹਦੇ 'ਚ ਸਬਜੈਕਟ ਕਿੰਨੇ ਨੇ? 18। ਠੀਕ ਆ। ਅਤੇ ਇਹ ਇੰਪਲੀਮੈਂਟ ਕੀਤਾ ਗਿਆ ਸੀਗਾ 1 ਜੂਨ 1993। ਦੇਖੋ ਇਹਦਾ ਇੰਪਲੀਮੈਂਟ ਵਾਲਾ ਐਡਾ ਇੰਪੋਰਟੈਂਟ ਨਹੀਂ ਹੈਗਾ। ਤਾਂ ਆਪਾਂ ਪੰਚਾਇਤ ਦਿਵਸ ਮਨਾਉਂਦੇ ਹਾਂ, ਤਾਂ ਇਹਨਾਂ ਦਾ ਕਰਕੇ ਆਪਣੇ ਲਈ ਜ਼ਰੂਰੀ ਹੋ ਜਾਂਦਾ ਵੀ ਆਪਾਂ ਇਹਨੂੰ ਦੇਖੀਏ। ਤਾਂ ਇੱਥੋਂ ਤੱਕ ਉਮੀਦ ਕਰਦੇ ਹਾਂ ਵੀ ਤੁਹਾਨੂੰ ਇਹ ਕਲੀਅਰ ਹੋ ਗਿਆ ਹੋਊਗਾ। ਠੀਕ ਆ। ਤਾਂ ਜਿਵੇਂ ਦੇਖੋ ਆ ਇੱਥੇ ਆਪਣਾ 24 ਅਪ੍ਰੈਲ ਆ ਦੇ ਪੰਚਾਇਤ ਦਿਵਸ, ਅਤੇ 73ਵੀਂ ਅਮੈਂਡਮੈਂਟ ਕਿੰਨੇ 'ਚ ਹੁੰਦੀ ਆ? 1992, ਅਤੇ ਆ ਵੀ 1992। ਪਰ ਇਹ ਲਾਗੂ ਦੋਨੇ 'ਚ ਕਿੰਨੀਆਂ ਹੁੰਦੀਆਂ ਨੇ? ਆ ਵੀ 93 'ਚ ਆ, ਆ ਵੀ 93 'ਚ ਆ। ਅਤੇ ਇਹਦੇ ਆਰਟੀਕਲ ਨੇ 243 P ਤੋਂ ਲੈ ਕੇ ZG ਤੱਕ ਨੇ, ਟੋਟਲ 18 ਨੇ। ਔਰ ਇਹਦੇ ਆਰਟੀਕਲ 243 ਤੋਂ ਲੈ ਕੇ 243 O ਤੱਕ ਨੇ। ਕਲੀਅਰ ਆ। ਤਾਂ ਹੁਣ ਜੇ ਆਪਾਂ ਦੇਖੀਏ ਵੀ ਇੱਕ ਆਪਣੇ ਸਟੇਟ ਦੇ ਲਈ ਜਿਹੜੀਆਂ ਆਪਣੀਆਂ ਵੋਟਾਂ ਕਰਾਈਆਂ ਜਾਂਦੀਆਂ ਪੰਚਾਇਤਾਂ ਦੀਆਂ, ਇਹ ਕੌਣ ਕਰਾਉਂਦਾ? ਇਹ ਹਰੇਕ ਸਟੇਟ ਦਾ ਆਪਦਾ ਇਲੈਕਸ਼ਨ ਕਮਿਸ਼ਨ ਕਰਾਉਂਦਾ। ਤਾਂ ਸਟੇਟ ਦਾ ਜਿਹੜਾ ਇਲੈਕਸ਼ਨ ਕਮਿਸ਼ਨ ਹੁੰਦਾ, ਠੀਕ ਆ, ਉਹ ਕਿਹੜੇ 'ਚ ਹੁੰਦਾ? ਆਰਟੀਕਲ 243 ਇੱਕ ਤਾਂ ਹੁੰਦਾ K। ਠੀਕ ਆ, ਇਹਦੇ 'ਚ ਆਪਣਾ ਸਟੇਟ ਦਾ ਇਲੈਕਸ਼ਨ ਕਮਿਸ਼ਨ ਹੁੰਦਾ। ਇੱਕ ਹੁੰਦਾ 243 I, ਇਹਦੇ 'ਚ ਆਪਣਾ ਕਿਹੜਾ ਹੈਗਾ? ਸਟੇਟ ਦਾ ਇਲੈਕਸ਼ਨ ਕਮਿਸ਼ਨ। ਔਰ ਇਹਦੇ 'ਚ ਆਪਣਾ ਕਿਹੜਾ ਹੁੰਦਾ? ਸਟੇਟ ਦਾ ਫਾਈਨਾਂਸ ਕਮਿਸ਼ਨ। ਠੀਕ ਆ, ਆਹ ਦੋਨੇ ਹੀ ਆਰਟੀਕਲ ਨੇ ਜਿਹੜੇ ਇਹ ਤੁਹਾਡੇ ਲਈ ਇੰਪੋਰਟੈਂਟ ਨੇ, 243 I ਅਤੇ 243 K। ਠੀਕ ਆ। ਜੇ ਹੁਣ ਆਪਾਂ ਗੱਲ ਕਰੀਏ ਵੀ ਮਤਲਬ ਕਿ ਇਹਨਾਂ ਦੇ ਵਿੱਚ ਰਿਜ਼ਰਵੇਸ਼ਨ ਕਿੰਨੀ ਆ, ਉਹ ਆਪਾਂ ਤੁਹਾਨੂੰ ਪਹਿਲਾਂ ਹੀ ਦੱਸਤਾ ਵੀ ਮਤਲਬ 33% ਵੂਮੈਨ ਨੂੰ ਲਈ ਰਿਜ਼ਰਵੇਸ਼ਨ ਆ। ਬਾਕੀ SC ਅਤੇ ST ਨੇ ਜਿਹੜੇ, ਉਹਨਾਂ ਦੇ ਲਈ ਆਪਾਂ ਉਹ ਕਰ ਸਕਦੇ ਹਾਂ, ਉਹਨਾਂ ਦੀ ਪਾਪੂਲੇਸ਼ਨ ਦੇ ਆਧਾਰ 'ਤੇ ਹੁੰਦੀ ਆ। ਠੀਕ ਆ। ਤਾਂ 20 ਲੱਖ ਤੋਂ ਘੱਟ ਵਾਲੇ ਜਿਹੜੇ ਮਤਲਬ ਕਿ ਇੰਟਰਮੀਡੀਏਟ ਲੈਵਲ, ਉਹ ਮਤਲਬ ਉੱਥੇ ਨਹੀਂ ਬਣਾ ਸਕਦੇ, ਮਤਲਬ ਪੰਚਾਇਤ ਨਹੀਂ ਬਣ ਸਕਦੀ 20 ਲੱਖ ਤੋਂ ਘੱਟ ਤਾਂ ਥੱਲੇ। ਅਤੇ ਬਾਕੀ ਜੇ ਆਪਾਂ ਗੱਲ ਕਰੀਏ ਵੀ ਪੀਸਾ ਐਕਟ 1961 ਦਾ, ਤਾਂ ਉਹ ਮਤਲਬ ਕਿ ਜਿੱਥੇ ਆਪਣੇ ਇਹਦੇ ਵਾਲੇ ਨੇ ਸ਼ਡਿਊਲ 5C ਵਾਲੇ ਨੇ, ਉੱਥੇ ਪੀਸਾ ਚੱਲਦਾ ਆਪਣਾ, ਉੱਥੇ ਇਹ ਸਿਸਟਮ ਹੈ ਜਿਹੜਾ ਉਹ ਨਹੀਂ ਚੱਲਦਾ। ਬਾਕੀ ਜੇ ਆਪਾਂ ਗੱਲ ਕਰੀਏ ਵੀ ਫਾਦਰ ਆਫ ਲੋਕਲ ਗਵਰਨਮੈਂਟ ਇਨ ਇੰਡੀਆ ਕਿਹਨੂੰ ਕਿਹਾ ਜਾਂਦਾ? ਲਾਰਡ ਰਿਪਨ ਨੂੰ ਕਿਹਾ ਜਾਂਦਾ। ਠੀਕ ਆ। ਔਰ ਬਾਕੀ ਜੇ ਫਸਟ ਨਗਰ ਨਿਗਮ ਦੀ ਗੱਲ ਕਰੀਏ ਤਾਂ 1687 ਦੇ ਵਿੱਚ ਮਦਰਾਸ ਡਨ। ਅਤੇ ਜਿਹੜਾ ਲਾਰਡ ਰਿਪਨ ਨੇ ਕੀਤਾ ਸੀ ਉਹਨੂੰ ਅਸੀਂ ਮੈਗਨਾ ਕਾਰਟਾ ਕਹਿੰਦੇ ਹਾਂ, ਮੈਗਨਾ ਕਾਰਟਾ। ਬਾਕੀ ਵੀ ਆਪਾਂ ਤੁਹਾਨੂੰ ਜਿੰਨੇ ਇਹਦੇ ਬਾਰੇ ਪੁਆਇੰਟ ਬਣਦੇ ਸੀ, ਤਾਂ ਉਹਨਾਂ ਦੇ ਬਾਰੇ ਤੁਹਾਨੂੰ ਗੱਲ ਦੱਸਤੀ ਵੀ ਪਿੰਡ ਦੀ ਪੰਚਾਇਤ ਕਿੰਨੇ ਟਾਈਮ ਲਈ ਹੁੰਦੀ ਆ? 5 ਸਾਲ ਲਈ ਹੁੰਦੀ ਆ। ਅਤੇ ਜਿਹੜਾ ਸ਼ਹਿਰਾਂ ਦੇ ਵਿੱਚ ਮੇਅਰ ਹੁੰਦੇ ਆ, ਉਹ 1 ਸਾਲ ਦੇ ਲਈ ਹੁੰਦਾ। ਠੀਕ ਆ। ਤਾਂ ਬਾਕੀ ਜੇ ਹੁਣ ਆਪਾਂ ਗੱਲ ਕਰ ਲਈਏ ਵੀ ਮਤਲਬ ਇੱਧਰ ਆਪਣੇ ਪਿੰਡ ਦੀ ਵਾਲੀ ਹੋ ਗਈ, ਤਾਂ ਇਹਦੇ ਸਾਰਿਆਂ ਨਾਲ ਪਹਿਲਾਂ ਗ੍ਰਾਮ ਪੰਚਾਇਤ ਹੋ ਗਈ। ਗ੍ਰਾਮ ਪੰਚਾਇਤ ਜਿਵੇਂ ਸਰਪੰਚ ਹੋ ਗਿਆ, ਮੈਂਬਰ ਹੋ ਗਏ, ਠੀਕ ਆ, ਉੱਥੋਂ ਦੇ। ਅਤੇ ਫਿਰ ਇਹਦੇ ਬਾਅਦ ਹੁੰਦੀ ਆਪਣੇ ਬਲਾਕ ਲੈਵਲ ਦੀ ਗੱਲ, ਬਲਾਕ ਪੰਚਾਇਤ। ਉਹਦੇ 'ਚ ਕੀ ਹੁੰਦੀ ਆ? ਬਲਾਕ ਸਮਿਤੀ ਹੁੰਦੀ ਹੈ ਸਾਡੀ। ਠੀਕ ਆ। ਉਹਦਾ ਹੈੱਡ ਕੌਣ ਹੁੰਦਾ? ਬਲਾਕ ਪ੍ਰਮੁੱਖ ਦਾ ਹੁੰਦਾ। ਮੈਂਬਰ ਆਫ ਅਤੇ ਕੌਣ ਹੁੰਦੇ ਨੇ? ਬਲਾਕ ਸਮਿਤੀ ਦੇ। ਤਾਂ ਇਹਦੇ 'ਚ ਇਹ ਚੀਜ਼ਾਂ ਹੁੰਦੀਆਂ। ਫਿਰ ਇਹਦੇ ਬਾਅਦ ਜ਼ਿਲ੍ਹਾ ਲੈਵਲ 'ਤੇ ਜ਼ਿਲ੍ਹਾ ਪੰਚਾਇਤ 'ਚ ਆਪਣਾ ਜ਼ਿਲ੍ਹਾ ਪ੍ਰੀਸ਼ਦ ਹੁੰਦੀ ਆ। ਸਾਰਿਆਂ ਨਾਲ ਪਹਿਲਾਂ ਗ੍ਰਾਮ ਪੰਚਾਇਤ, ਬਲਾਕ ਸਮਿਤੀ, ਜ਼ਿਲ੍ਹਾ ਪ੍ਰੀਸ਼ਦ, ਇਹ ਪਿੰਡ ਵਾਲੇ ਸਿਸਟਮ 'ਚ ਆ। ਅਤੇ ਹੈੱਡ ਕੌਣ ਹੁੰਦਾ? ਤਾਂ ਹਾਂ ਮਤਲਬ ਜ਼ਿਲ੍ਹਾ ਪੰਚਾਇਤ 'ਚ ਜ਼ਿਲ੍ਹਾ ਪ੍ਰਮੁੱਖ ਹੈੱਡ ਹੁੰਦਾ, ਮੈਂਬਰ ਉਹਦੇ ਜ਼ਿਲ੍ਹਾ ਪ੍ਰੀਸ਼ਦ ਦੇ ਹੁੰਦੇ ਨੇ। ਡਨ। ਅਤੇ ਜੇ ਆਪਾਂ ਅਰਬਨ ਦੀ ਗੱਲ ਕਰੀਏ, ਸ਼ਹਿਰਾਂ ਵਾਲੇ ਸਿਸਟਮ ਦੀ, ਤਾਂ ਉਹਦੇ 'ਚ ਸਭ ਤੋਂ ਛੋਟੀ ਨਗਰ ਪੰਚਾਇਤ ਹੁੰਦੀ ਆ।
ਨਗਰ ਪੰਚਾਇਤ ਕਿੱਥੇ ਹੁੰਦੀ ਆ, ਨਾ ਉਹਦਾ ਪਿੰਡ ਹੋਵੇ ਨਾ ਸ਼ਹਿਰ ਹੋਵੇ, ਯਾਨੀ ਕਿ ਕਸਬਾ ਹੁੰਦਾ, ਉੱਥੇ ਨਗਰ ਪੰਚਾਇਤ ਬਣਦੀ ਆ। ਅਤੇ ਜਿਹੜਾ ਫਿਰ ਇਹ ਤੋਂ ਬਾਅਦ ਮੁਨਸਿਪੈਲਿਟੀ ਹੁੰਦੀ ਆ, ਉਹ ਹੁੰਦੀ ਆ ਨਗਰ ਪਾਲਿਕਾ। ਜਿਹੜੇ ਛੋਟੇ ਸ਼ਹਿਰ ਹੁੰਦੇ ਆ ਉੱਥੇ ਨਗਰ ਪਾਲਿਕਾ ਦੇ ਚੇਅਰਮੈਨ ਹੁੰਦੇ ਆ, ਠੀਕ ਆ। ਤਾਂ ਫਿਰ ਇਹ ਤੋਂ ਬਾਅਦ 'ਚ ਜਿਹੜੇ ਹੁੰਦੇ ਆ ਮੁਨਸੀਪਲ ਕਾਰਪੋਰੇਸ਼ਨ ਹੁੰਦੀ ਆ, ਜਾਣੀ ਕਿ 10 ਲੱਖ ਤੋਂ ਵੱਧ ਵਾਲੀ ਆਬਾਦੀ ਨੂੰ ਅਸੀਂ ਕੀ ਕਹਿੰਦੇ ਆ, ਮੁਨਸੀਪਲ ਕਾਰਪੋਰੇਸ਼ਨ ਕਹਿੰਦੇ ਆ, ਜਾਣੀ ਕਿ ਨਗਰ ਨਿਗਮ ਕਹਿ ਦਿੰਦੇ ਆ। ਤਾਂ ਉੱਥੇ ਹੈੱਡ ਕੌਣ ਹੁੰਦੇ ਨੇ, ਮੇਅਰ ਹੁੰਦੇ ਨੇ, ਮੈਂਬਰ ਕੌਂਸਲਰ ਹੁੰਦੇ ਨੇ। ਅਤੇ ਜਿਹੜਾ ਉਹ ਮੇਅਰ ਬਣਦਾ ਉਹ 1 ਸਾਲ ਦੇ ਲਈ ਬਣਦਾ। ਅਤੇ ਜਿਹੜਾ ਆਪਣਾ ਪਾਰਟ 9 ਆ, ਪਾਰਟ 9 ਦੀ ਗੱਲ ਕਰੀਏ ਤਾਂ ਇਹ 'ਚ ਆਪਣਾ ਇਹ 3 ਭਾਗਾਂ ਦੇ ਵਿੱਚ ਡਿਵਾਈਡ ਆ। ਇੱਕ ਤਾਂ ਆਪਾਂ 9 ਦੀ ਗੱਲ ਕਰ ਲਈ, 9 ਦੇ ਵਿੱਚ ਪਿੰਡਾਂ ਦੀ ਪੰਚਾਇਤ ਆ। ਇਹ 73ਵੀਂ ਅਮੈਂਡਮੈਂਟ 1992। ਅਤੇ ਜੇ ਆਪਾਂ 9A ਦੀ ਗੱਲ ਕਰੀਏ, ਉਹਦੇ 'ਚ ਆਪਣੀ ਮੁਨਸਿਪੈਲਿਟੀ ਆ। ਪਰ ਇੱਕ 9B ਵੀ ਹੈਗਾ ਜਿਹੜਾ ਐਡ ਕਰਿਆ ਸੀ 2011 ਦੇ ਵਿੱਚ, ਠੀਕ ਆ। 2011 ਦੇ ਵਿੱਚ ਐਡ ਕਰਿਆ ਸੀ, 97 ਨੰਬਰ ਅਮੈਂਡਮੈਂਟ ਹੋਈ ਸੀ, ਕੌਂਸਟੀਟਿਊਸ਼ਨਲ ਅਮੈਂਡਮੈਂਟ ਐਕਟ 2011। ਤਾਂ ਇਹਦੇ ਨਾਲ ਕੀ ਜੋੜਿਆ ਗਿਆ, ਮਤਲਬ ਕਿ ਕੋਆਪਰੇਟਿਵ ਬੈਂਕਾਂ ਸੀਗੀਆਂ ਜਿਹੜੀਆਂ ਸੁਸਾਇਟੀਆਂ, ਕੋਆਪਰੇਟਿਵ ਸੁਸਾਇਟੀ, ਸਹਿਕਾਰੀ ਸਮਿਤੀਆਂ, ਅਤੇ ਉਹ ਜੋੜੀਆਂ ਗਈਆਂ ਸੀ। ਡਨ। ਤਾਂ ਇਹ ਤੁਹਾਡਾ ਸੀਗਾ ਪੰਚਾਇਤਾਂ ਦੇ ਬਾਰੇ ਕੁਐਸਚਨ। ਅੱਗੇ ਦੇਖੋ, ਵੈਨ ਵਰ ਦਾ ਫੰਡਾਮੈਂਟਲ ਡਿਊਟੀਜ਼ ਇਨਕੋਰਪੋਰੇਟਡ ਇਨ ਦਾ ਕੌਂਸਟੀਟਿਊਸ਼ਨ। ਤਾਂ ਇਹ 1900 ਮਤਲਬ ਕਿ 76 ਦੇ ਵਿੱਚ ਆਈਆਂ ਸੀਗੀਆਂ। ਇਹਦੇ ਬਾਰੇ ਵੀ ਆਪਾਂ ਤੁਹਾਨੂੰ ਜਿਨ੍ਹਾਂ ਨੇ ਮਤਲਬ ਕਿ ਨਹੀਂ ਵੀਡੀਓ ਦੇਖੀ, ਉਹ ਮਤਲਬ ਕਿ ਪਹਿਲਾਂ ਵਾਲੇ ਪਾਰਟ ਨੂੰ ਪੂਰਾ ਕੰਪਲੀਟ ਦੇਖ ਲੈਣ। ਤਾਂ ਉਹਦੇ 'ਚ ਤੁਹਾਨੂੰ ਫੰਡਾਮੈਂਟਲ ਡਿਊਟੀਜ਼ ਦੇ ਬਾਰੇ ਸਾਰਾ ਆਪਾਂ ਕਲੀਅਰ ਕੀਤਾ ਗਾ। ਤਾਂ ਤੁਸੀਂ ਯਾਦ ਰੱਖਣਾ ਵੀ ਫੰਡਾਮੈਂਟਲ ਡਿਊਟੀਜ਼ ਕਾਹਦੇ ਨਾਲ ਆਈਆਂ ਸੀ, ਸਵਰਨ ਕਮੇਟੀ ਇਹਨਾਂ ਦੇ ਨਾਲ ਰਿਲੇਟਡ ਆ, ਠੀਕ ਆ। ਫੰਡਾਮੈਂਟਲ ਡਿਊਟੀ ਦੀ ਗੱਲ ਕਰੀਏ ਤਾਂ ਇਹਨਾਂ ਨਾਲ ਰਿਲੇਟਡ ਸਵਰਨ ਕਮੇਟੀ ਆ। ਤਾਂ ਦਾ ਪ੍ਰੈਜ਼ੀਡੈਂਟ ਆਫ ਇੰਡੀਆ ਕੈਨ ਬੀ ਰਿਮੂਵਡ ਫਰੋਮ ਹਿਜ਼ ਪੋਸਟ ਬਾਏ। ਤਾਂ ਇਹਨਾਂ ਨੂੰ ਪ੍ਰੈਜ਼ੀਡੈਂਟ ਨੂੰ ਕੌਣ ਹਟਾ ਸਕਦਾ, ਪਾਰਲੀਮੈਂਟ, ਠੀਕ ਆ। ਤਾਂ ਇਹਨੂੰ ਕੌਣ ਹਟਾ ਸਕਦੇ ਆ, ਪਾਰਲੀਮੈਂਟ। ਤਾਂ ਦੇਖੋ ਵੀ, ਅਤੇ ਜਿਹੜੇ ਪ੍ਰੈਜ਼ੀਡੈਂਟ ਦੇ ਆਰਟੀਕਲ ਨੇ ਉਹ ਸਾਡੇ ਆਰਟੀਕਲ ਕਿੰਨੇ ਨੇ, 52 ਤੋਂ ਲੈ ਕੇ 78 ਤੱਕ ਸਾਡੇ ਕਿਹੜੇ ਆਰਟੀਕਲ ਚੱਲਦੇ ਨੇ, ਪ੍ਰੈਜ਼ੀਡੈਂਟ ਦੇ ਆਰਟੀਕਲ ਨੇ। ਤਾਂ ਇਹਨੂੰ ਹਟਾਇਆ, ਇੰਪੀਚਮੈਂਟ ਕਿਹੜੇ ਨਾਲ ਲੱਗਦੀ ਆ, ਇਹ ਅਸੀਂ ਲਈ ਆ USA ਤੋਂ, ਔਰ ਆਰਟੀਕਲ ਕਿੰਨੇ ਦੇ ਵਿੱਚ ਆ, ਇਹ 61 ਦੇ ਵਿੱਚ ਆ, ਠੀਕ ਆ। ਤਾਂ ਹਟਾਉਂਦੇ ਕੌਣ ਆ ਬਾਏ, ਪਾਰਲੀਮੈਂਟ ਦੁਆਰਾ। ਇੰਪੀਚਮੈਂਟ ਸੰਵਿਧਾਨ 'ਚ ਸਿਰਫ ਆਪਣੇ ਜਿਹੜਾ ਇੰਪੀਚਮੈਂਟ ਸ਼ਬਦ ਆ ਉਹ ਕਿਹਨਾਂ ਦੇ ਲਈ ਵਰਤਿਆ ਗਿਆ, ਸਿਰਫ ਰਾਸ਼ਟਰਪਤੀ ਲਈ ਵਰਤਿਆ ਗਿਆ। ਜੇ ਤਾਂ ਦੇਖੋ ਆਪਾਂ ਲੋਕ ਸਭਾ ਦੇ ਵਿੱਚੋਂ ਕਰ ਰਹੇ ਹਾਂ, ਤਾਂ ਲੋਕ ਸਭਾ ਦੇ ਵਿੱਚੋਂ 1/4 ਜਾਂ ਫਿਰ 25%, ਦੇਖੋ 1/4 ਤਾਂ ਵੈਸੇ ਵੀ ਚੌਥਾ ਹਿੱਸਾ ਹੁੰਦਾ, ਤਾਂ 25% ਹੋ ਗਿਆ। ਮੈਜੋਰਟੀ ਚਾਹੀਦੀ ਆ, ਠੀਕ ਆ, ਮੈਜੋਰਟੀ ਚਾਹੀਦੀ ਆ ਆਫ ਟੋਟਲ ਮੈਂਬਰਾਂ ਦੀ, ਕਾਹਦੇ ਲਈ, ਸਿਗਨੇਚਰਾਂ ਦੇ ਲਈ, ਠੀਕ ਆ। ਫਿਰ ਇਹ ਤੋਂ ਬਾਅਦ 'ਚ ਜਦੋਂ ਮਤਲਬ ਉੱਥੋਂ ਕਰਾ ਲੈਂਦੇ ਤਾਂ ਰਾਸ਼ਟਰਪਤੀ ਨੂੰ ਇਹ ਮਤਲਬ ਕਿ ਜਿਹੜਾ ਵੀ ਹਾਊਸ ਦਾ ਹੈੱਡ ਹੁੰਦਾ, ਤਾਂ 14 ਦਿਨ ਪਹਿਲਾਂ ਪ੍ਰਿਓਰ ਉਹਨੂੰ ਮਤਲਬ ਕਿ ਨੋਟੀਫਿਕੇਸ਼ਨ ਦੇਣਾ ਹੁੰਦਾ ਇਹਨਾਂ ਨੇ ਵੀ, ਮਤਲਬ ਕਿ ਤੁਹਾਡੇ ਖਿਲਾਫ ਆਹ ਗੱਲਬਾਤ ਹੋ ਰਹੀ ਆ, ਤਾਂ 14 ਦਿਨ ਦਾ ਪਹਿਲਾਂ ਟਾਈਮ ਦੇਣਾ ਪੈਂਦਾ। ਜੇ ਰਾਜ ਸਭਾ ਕੀ ਤਾਂ ਉਹਦੇ 'ਚ ਇਨਵੈਸਟੀਗੇਸ਼ਨ ਕਮੇਟੀ ਬਣਦੀ ਆ, ਤਾਂ ਕਰਕੇ ਉਹਨੂੰ ਅਸੀਂ ਇਨਵੈਸਟੀਗੇਸ਼ਨ ਹਾਊਸ ਵੀ ਕਹਿ ਦਿੰਦੇ ਆ। ਤਾਂ ਇਨਵੈਸਟੀਗੇਸ਼ਨ ਕਮੇਟੀ ਆ ਜਿਹੜੀ ਉਹਦਾ ਬਣਦਾ, ਉਹਦਾ ਹੈੱਡ ਹੁੰਦੇ ਨੇ ਆਪਣੇ ਚੀਫ ਜਸਟਿਸ ਆਫ ਇੰਡੀਆ, ਠੀਕ ਆ। ਤਾਂ ਬਾਕੀ ਨੋਮੀਨੇਟਡ ਮੈਂਬਰ ਕਿਸੇ ਵੀ ਹਾਊਸ ਦੇ ਭਾਗ ਲੈ ਸਕਦੇ ਆ, ਜਦ ਕਿ ਉਹ ਇਲੈਕਸ਼ਨਾਂ 'ਚ ਭਾਗ ਨਹੀਂ ਲੈ ਸਕਦੇ। ਜੇ ਹੁਣ ਆਪਾਂ ਇਹ 'ਤੇ ਗੱਲ ਕਰੀਏ, ਜਿਹੜੇ ਨੋਮੀਨੇਟਡ ਮੈਂਬਰ ਨੇ, ਠੀਕ ਆ, ਉਹ ਹਟਾਉਣ ਵੇਲੇ ਦਾ ਭਾਗ ਲੈ ਸਕਦੇ ਆ, ਹਟਾਉਣ ਵੇਲੇ ਭਾਗ ਲੈ ਸਕਦੇ ਆ, ਪਰ ਬਣਾਉਣ ਵੇਲੇ ਉਹ ਪਾਰਟੀਸਪੇਟ ਨਹੀਂ ਕਰ ਸਕਦੇ। ਅਤੇ ਜੇ ਦਿੱਲੀ ਅਤੇ ਪੁਡੂਚੇਰੀ ਦੀ ਗੱਲ ਕਰੀਏ, ਜਾਂ ਕੋਈ ਵੀ ਸੀਟ ਇੰਪੀਚਮੈਂਟ 'ਚ ਹਿੱਸਾ ਨਹੀਂ ਲੈਂਦੇ, ਠੀਕ ਆ, ਜਦ ਕਿ ਇਲੈਕਸ਼ਨਾਂ ਦੇ ਵਿੱਚ ਇਹ ਲੈਂਦੇ ਆ। ਕੋਈ ਵੀ ਸਟੇਟ ਆ, ਚਾਹੇ ਯੂਟੀ ਆ, ਯੂਟੀ ਤਾਂ ਦਿੱਲੀ ਅਤੇ ਪੁਡੂਚੇਰੀ ਨੇ, ਮਤਲਬ ਇਹ ਵੀ ਹਟਾਉਣ ਦੇ ਵਿੱਚ ਹਿੱਸਾ ਨਹੀਂ ਲੈਂਦੇ, ਇਹ ਬਣਾਉਣ ਵੇਲੇ ਹਿੱਸਾ ਲੈਂਦੇ ਆ, ਠੀਕ ਆ। ਅਤੇ ਜੇ ਹੁਣ ਆਪਾਂ ਗੱਲ ਕਰੀਏ ਇਹਨਾਂ ਦੀ ਮਤਲਬ ਕਿ ਹੋਰ ਇੰਪੋਰਟੈਂਟ ਜੇ ਆਰਟੀਕਲ ਕਿਹੜੇ ਦੀ ਗੱਲ ਕਰ ਲਈਏ, ਤਾਂ ਆਰਟੀਕਲ 52 ਦੇ ਵਿੱਚ ਆਪਣਾ ਕਹਿੰਦਾ ਗਾ, ਆਰਟੀਕਲ 52 ਵੀ ਇੱਥੇ ਆਪਣੇ ਪ੍ਰੈਜ਼ੀਡੈਂਟ ਹੋਣਾ ਚਾਹੀਦਾ। ਅਤੇ ਆਰਟੀਕਲ 54 ਇਹਦੇ 'ਚ ਇਹਨਾਂ ਦੀ ਇਲੈਕਸ਼ਨ ਆ, ਠੀਕ ਆ। ਅਤੇ ਜੇ 56 ਦੀ ਗੱਲ ਕਰੀਏ ਤਾਂ ਇਹਨਾਂ 'ਚ ਇਹਨਾਂ ਦਾ ਟਨਿਓਰ ਆ। ਫਿਰ ਇਹਦੇ ਬਾਅਦ 57 'ਚ ਗੱਲ ਕਰੀਏ ਤਾਂ ਇਹਨਾਂ 'ਚ ਰੀ ਇਲੈਕਸ਼ਨ, ਤਾਂ ਆਪਣੇ ਤਾਂ ਕਿੰਨੇ ਵਾਰੀ ਮਰਜ਼ੀ ਬਣ ਸਕਦਾ। ਜਿਵੇਂ USA ਦੇ ਵਿੱਚ ਆ, ਉਹਨਾਂ ਦੀ ਟਰਮ ਮਤਲਬ 4 ਸਾਲ ਦੀ, ਇੱਕ ਟਰਮ ਉਹਨਾਂ ਦੀ 4 ਸਾਲ ਲਈ ਆ, ਅਤੇ ਉਹ ਲਗਾਤਾਰ 2 ਵਾਰ ਬਣ ਸਕਦੇ ਆ, ਮਤਲਬ ਟੋਟਲ 8 ਵਾਰ ਆ। ਪਰ ਉਹਨਾਂ ਦੇ ਕੌਂਸਟੀਟਿਊਸ਼ਨ ਦੇ ਵਿੱਚ 10 ਸਾਲ ਆ, ਮਤਲਬ ਐਮਰਜੈਂਸੀ ਲਾ ਕੇ ਉਹ 2 ਵਾਰੀ ਵਧਾ ਸਕਦੇ ਆ, ਜਿਹੜਾ ਉੱਥੋਂ ਦਾ ਸਿਸਟਮ ਆ। ਅਤੇ ਜੇ 58 ਦੀ ਗੱਲ ਕਰੀਏ, 58 ਦੇ ਵਿੱਚ ਕੀ ਹੈ ਇਹਨਾਂ ਦੀਆਂ ਕੁਆਲੀਫਿਕੇਸ਼ਨ ਨੇ, ਔਰ 60 ਦੇ ਵਿੱਚ ਕੀ ਆ, ਓਥ, ਮਤਲਬ ਕਿ ਸਹੁੰ ਖਾਂਦੇ ਆ ਜਿਹੜੀ, ਅਤੇ ਉਹ 60 ਦੇ ਵਿੱਚ ਆ, ਠੀਕ ਆ। ਅਤੇ ਜਿਹੜਾ ਆਪਣਾ ਮਹਾਦੋਸ਼ ਆ, ਇੰਪੀਚਮੈਂਟ ਅਸੀਂ ਹਟਾਉਣ ਵੇਲੇ ਇੰਪੀਚਮੈਂਟ ਕਿਹੜੀ ਲੱਗਦੀ ਆ, ਇੰਪੀਚਮੈਂਟ ਲਾਉਂਦੇ ਅਸੀਂ 61 ਦੇ ਨਾਲ। ਔਰ ਜੇ ਇਹਨਾਂ ਦੀ ਆਪਾਂ ਪਾਰਡਨ ਦੀ ਗੱਲ ਕਰੀਏ, ਪਾਰਡਨ ਪਾਵਰ ਮਤਲਬ ਕਿ ਮਾਫੀ ਦੀ, ਉਹ ਹੈਗੀ ਆਰਟੀਕਲ 72, ਠੀਕ ਆ। ਅਤੇ ਜੇ ਉਮਰ ਦੀ ਗੱਲ ਕਰੀਏ ਵੀ ਆਪਣੇ 35 ਸਾਲ ਦਾ ਹੋਣਾ ਚਾਹੀਦਾ। ਬਾਕੀ
ਇਹੀ ਸੇਮ ਗਵਰਨਰ ਜਾਂ ਉਪ ਰਾਸ਼ਟਰਪਤੀ ਬਣਨਾ ਤਾਂ ਉਹਨਾਂ ਦੇ ਲਈ ਵੀ ਇਹੀ ਆ। ਮੈਕਸਿਮਮ ਕੋਈ ਲਿਮਟ ਨਹੀਂ, ਘੱਟੋ ਘੱਟ 35 ਸਾਲ ਦੀ ਉਮਰ ਆ ਜਿਹੜੀ ਉਹ ਹੋਣੀ ਚਾਹੀਦੀ ਆ। ਠੀਕ ਆ। ਤੇ ਜੇ ਪਹਿਲੇ ਆਪਣਾ ਰਾਸ਼ਟਰਪਤੀ ਦੀ ਗੱਲ ਕਰੀਏ ਤਾਂ ਪਹਿਲੇ ਰਾਸ਼ਟਰਪਤੀ ਸੀਗੇ ਆਪਣੇ ਡਾਕਟਰ ਰਜਿੰਦਰ ਪ੍ਰਸਾਦ ਸੀਗੇ। ਸਮਝ ਗਏ। ਜਿਵੇਂ ਕਿ ਪਹਿਲਾਂ 1950 ਤੋਂ 52 ਤੱਕ ਨੇ, ਫਿਰ 52 ਤੋਂ ਲੈ ਕੇ 57 ਤੱਕ, 57 ਤੋਂ ਲੈ ਕੇ 62 ਤੱਕ। 1963 ਦੇ ਵਿੱਚ ਉਹ ਪਟਨੇ 'ਚ ਉਹਨਾਂ ਦੀ ਮ੍ਰਿਤੂ ਹੋ ਗਈ ਸੀ। ਤਾਂ ਰਾਸ਼ਟਰਪਤੀ ਆਪਣੇ ਫਸਟ ਸਿਟੀਜ਼ਨ ਹੁੰਦਾ ਭਾਰਤ ਦਾ, ਤੇ ਕੌਨਸਟੀਟਿਊਸ਼ਨਲ ਹੈੱਡ ਹੁੰਦਾ, ਨੋਮੀਨਲ ਫਾਰਮਲ ਹੈੱਡ ਹੁੰਦਾ ਗਵਰਨਮੈਂਟ ਦਾ। ਜੇ ਫਸਟ ਵੂਮਨ ਦੀ ਗੱਲ ਕਰੀਏ, ਫਸਟ ਵੂਮਨ ਕਿਹੜੀ ਸੀਗੀ ਸਾਡੇ ਪ੍ਰੈਜ਼ੀਡੈਂਟ ਬਣਨ ਵਾਲੀ, ਪ੍ਰਤਿਭਾ ਪਾਟਲ ਸੀ, ਔਰ 91 ਨੰਬਰ ਦੀ ਸੀ 12ਵੀਂ। ਤੇ ਉਹਨਾਂ ਦਾ ਟਾਈਮ ਪੀਰੀਅਡ ਕਿੰਨਾ ਸੀ, 2007 ਤੇ 12 ਤੋਂ। ਨਾਲ ਦੀ ਨਾਲ ਉਹ ਰਾਜਸਥਾਨ ਦੀ ਕੀ ਸੀ, ਗਵਰਨਰ ਵੀ ਸੀ ਉਹ ਟਾਈਮ ਤੇ। ਮਤਲਬ ਇਹਨਾਂ ਦੇ ਜਿਹੜੇ ਆਪਾਂ ਗੱਲ ਕਰੀਏ ਵੀ ਪ੍ਰੋਫਿਟ, ਇਹਦੇ 'ਚ ਆਫਿਸ ਆਫ ਪ੍ਰੋਫਿਟ ਤੇ ਨਹੀਂ ਹੋਣਾ ਚਾਹੀਦਾ। ਤਾਂ ਉਹ ਕਿਹੜੇ ਕਿਹੜੇ ਆਫਿਸ ਨੇ, ਜਿਵੇਂ ਕਿ ਰਾਸ਼ਟਰਪਤੀ ਦਾ ਹੋ ਗਿਆ, ਉਪ ਰਾਸ਼ਟਰਪਤੀ ਹੋ ਗਿਆ, ਆਲ ਮੰਤਰੀ ਯੂਨੀਅਨ ਸਟੇਟ ਦੇ ਹੋ ਗਏ, ਤੇ ਗਵਰਨਰ ਹੋ ਗਏ। ਇਹ ਚੀਜ਼ਾਂ ਨੇ ਜਿਹੜੀਆਂ ਇਹ ਮਤਲਬ ਕਿ ਆਫਿਸ ਆਫ ਪ੍ਰੋਫਿਟ ਤੋਂ ਬਾਹਰ ਨੇ। ਜੇ ਦੂਸਰੇ ਰਾਸ਼ਟਰਪਤੀ ਦੀ ਗੱਲ ਕਰੀਏ ਤਾਂ ਡਾਕਟਰ ਸਰਬਪੱਲੀ ਰਾਧਾ ਕ੍ਰਿਸ਼ਨਨ ਨੇ। ਡਨ। ਤੇ ਇਹਨਾਂ ਦੇ ਜਨਮ ਦਿਨ 'ਤੇ ਹੀ ਅਸੀਂ ਮਤਲਬ 5 ਸਤੰਬਰ ਨੂੰ ਇਹਨਾਂ ਦਾ ਜਨਮ ਹੋਇਆ ਸੀ 1888 'ਚ, ਤਾਂ ਉਹਨਾਂ ਦੇ ਜਨਮ ਦਿਨ 'ਤੇ ਅਸੀਂ ਟੀਚਰ ਡੇ ਮਨਾਉਂਦੇ ਹਾਂ। ਤੇ ਤੀਸਰੇ ਨੰਬਰ 'ਤੇ ਸੀ ਆਪਣੇ ਡਾਕਟਰ ਜ਼ਾਕਿਰ ਹੁਸੈਨ, ਤੇ ਉਹਨਾਂ ਦਾ ਟਾਈਮ ਪੀਰੀਅਡ 1967 ਤੋਂ ਲੈ ਕੇ 1969 ਤੱਕ ਸੀਗਾ, ਔਰ ਇਹ ਫਸਟ ਮੁਸਲਿਮ ਨੇ। ਤਾਂ ਫਸਟ ਮੁਸਲਿਮ ਕਿਹੜੇ ਬਣੇ ਸੀ, ਆਪਣੇ ਡਾਕਟਰ ਜ਼ਾਕਿਰ ਹੁਸੈਨ ਸੀ। ਠੀਕ ਆ। ਤੇ ਇਹ ਪੋਸਟ 'ਤੇ ਹੀ ਡਾਈਡ ਕਰਨ ਵਾਲੇ ਵੀ ਪਹਿਲੇ ਹੀ ਸੀਗੇ, ਮਤਲਬ ਜਿਹੜੇ ਪੋਸਟ ਦੇ ਦੌਰਾਨ ਹੀ ਮਰ ਗਏ ਸੀ। ਤਾਂ ਇਹ ਤੋਂ ਬਾਅਦ ਬੀਬੀ ਗਿਰੀ ਵਾਈਸ ਪ੍ਰੈਜ਼ੀਡੈਂਟ ਸੀਗੇ, ਉਹ ਐਕਟਿੰਗ ਪ੍ਰੈਜ਼ੀਡੈਂਟ ਬਣੇ। ਤਾਂ ਬੀਬੀ ਗਿਰੀ ਪਹਿਲੇ ਸੀ ਜਿਹੜੇ ਐਕਟਿੰਗ ਪ੍ਰੈਜ਼ੀਡੈਂਟ ਬਣੇ ਸੀ, ਮਤਲਬ ਡਾਕਟਰ ਜ਼ਾਕਿਰ ਹੁਸੈਨ ਜੀ ਦੀ ਡੈਥ ਤੋਂ ਬਾਅਦ। ਠੀਕ ਆ। ਫਿਰ ਇਹ ਤੋਂ ਬਾਅਦ CGI ਮੁਹੰਮਦ ਹਦਾਇਤੁੱਲਾ ਸੀਗੇ, ਤੇ ਉਹ ਵੀ CGI ਬਣ ਗਏ ਸੀ 1969 ਤੋਂ ਲੈ ਕੇ। ਮਤਲਬ 20 ਜੁਲਾਈ ਨੂੰ ਬਣੇ ਉਹ, 24 ਜੁਲਾਈ ਨੂੰ 1969 ਦੇ ਵਿੱਚ ਉਹਨਾਂ ਨੇ ਵੀ ਉਹ ਹਟ ਗਏ ਸੀ। ਤਾਂ ਇਹਨਾਂ ਨੂੰ ਮਤਲਬ ਕਿ ਪਦਮ ਭੂਸ਼ਣ ਵੀ ਮਿਲ ਚੁੱਕਿਆ ਸੀਗਾ ਆਰਟ ਦੇ ਵਿੱਚ, 2002 ਦੇ ਵਿੱਚ ਮਿਲਿਆ। ਠੀਕ ਆ। ਤੇ ਇੱਕ ਆਪਾਂ ਗੱਲ ਕਰਨੀ ਹੈ ਬੀਬੀ ਗਿਰੀ ਦੀ, ਤਾਂ ਇਹ 1969 ਦੇ ਵਿੱਚ ਬਣਿਆ, 1974 ਤੱਕ ਰਹੇ ਨੇ। ਤਾਂ ਇਹ ਪਹਿਲੇ ਸੀਗੇ ਜਿਹੜੇ ਆਜ਼ਾਦ ਕੈਂਡੀਡੇਟ ਬਣੇ, ਤੇ 1975 ਦੇ ਵਿੱਚ ਇਹਨਾਂ ਨੂੰ ਭਾਰਤ ਰਤਨ ਜਿਹੜਾ ਉਹ ਵੀ ਮਿਲ ਚੁੱਕਿਆ। ਤੇ ਜਿਹੜੇ ਆਪਣੇ ਸਰਬਪੱਲੀ ਸੀਗੇ, ਸਰਬਪੱਲੀ ਰਾਧਾ ਕ੍ਰਿਸ਼ਨਨ ਨੇ, ਉਹਨਾਂ ਨੇ 1954 ਦੇ ਵਿੱਚ ਭਾਰਤ ਰਤਨ ਜਿਹੜਾ ਉਹ ਮਿਲ ਚੁੱਕਿਆ। ਠੀਕ ਆ। ਤਾਂ ਮਤਲਬ ਇਹ ਇੰਪੋਰਟੈਂਟ ਜੇ ਪੁਆਇੰਟ ਸੀਗੇ, ਆਪਾਂ ਇਹਨਾਂ ਦੇ ਬਾਰੇ ਗੱਲ ਕਰ ਲਈ। ਤਾਂ ਅੱਗੇ 15 ਕੁਐਸਚਨ ਸੀਗੇ ਜਿਹੜੇ ਤੁਹਾਡੇ ਲਈ ਅਸੀਂ ਫਰੇਮ ਕੀਤੇ ਨੇ। ਤਾਂ ਤੁਹਾਡਾ ਵੀਡੀਓ ਦੇਖਣ ਦੇ ਲਈ ਤਹਿ ਦਿਲੋਂ ਧੰਨਵਾਦ, ਔਰ ਜਿਨ੍ਹਾਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਸਬਸਕ੍ਰਾਈਬ ਕਰਨ, ਔਰ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਨ, ਔਰ ਲਾਈਕ ਕਰਨ। ਕਮੈਂਟ ਕਰਕੇ ਆਪਣੇ ਕੁਐਸਚਨ, ਡਾਊਟ ਜੋ ਵੀ ਹੈ, ਤੁਹਾਡੀ ਕੁਐਰੀ ਆ, ਤਾਂ ਤੁਸੀਂ ਉਹ ਕਰ ਸਕਦੇ ਹੋ। ਮਤਲਬ ਕਿ ਕਿਸੇ ਵੀ ਕੁਐਸਚਨ ਦੇ ਰਿਗਾਰਡਿੰਗ ਜਾਂ ਕਿਸੇ ਐਗਜ਼ਾਮ ਦੇ ਲਈ, ਤਾਂ ਉਹ ਸਾਡੀ ਮੇਲ ਦਿੱਤੀ ਹੋਈ ਆ, ਤੁਸੀਂ ਮੇਲ 'ਤੇ ਸਾਨੂੰ ਈਮੇਲ ਕਰ ਸਕਦੇ ਹੋ। ਬਾਕੀ ਸਾਡੇ ਟੈਲੀਗ੍ਰਾਮ ਚੈਨਲ ਨੂੰ ਤੁਸੀਂ ਜੁਆਇਨ ਕਰ ਸਕਦੇ ਹੋ। ਠੀਕ ਆ। ਟੈਲੀਗ੍ਰਾਮ ਚੈਨਲ ਨੂੰ ਜੁਆਇਨ ਕਰ ਸਕਦੇ ਹੋ, ਉਹਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਏਗਾ। ਤੇ ਅਗਰ ਉਹਦੇ 'ਤੇ ਵੀ ਆਪਣੇ PDF ਵਗੈਰਾ ਅਸੀਂ ਸ਼ੇਅਰ ਕਰਦੇ ਹਾਂ, ਤਾਂ ਤੁਸੀਂ ਉੱਥੋਂ ਇਹਨੂੰ ਡਾਊਨਲੋਡ ਕਰ ਸਕਦੇ ਹੋ। ਠੀਕ ਆ। ਥੈਂਕ ਯੂ।